ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਬੇਟੇ ਆਪਾਂ ਇੱਥੇ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਅੱਜ ਉਹਦੇ ਵਿੱਚ ਮੈਂ ਨੈਕਸਟ ਵੀਡੀਓ ਲੈ ਕੇ ਆਇਆ। ਜਿਹੜਾ ਆਪਣਾ ਟੌਪਿਕ ਹੈਗਾ ਬੇਟੇ ਅੱਜ ਹੈਗਾ ਪ੍ਰੀ ਸਕੂਲ ਐਜੂਕੇਸ਼ਨ। ਤੇ ਥੋੜਾ ਜਿਹਾ ਮਾਫੀ ਚਾਹੁੰਦਾ ਬੇਟੇ, ਵੀਡੀਓ ਲੇਟ ਆ ਰਹੀ ਹੈ। ਥੋੜਾ ਜਿਹਾ ਕੁਝ ਐਮਰਜੈਂਸੀ ਹੋ ਗਈ ਸੀ ਘਰ ਦੇ ਵਿੱਚ ਪ੍ਰੋਬਲਮ ਜੀ, ਤੇ ਇਸ ਕਰਕੇ ਵੀਡੀਓ ਲੇਟ ਆ ਰਹੀ ਹੈ। ਤਾਂ ਬਹੁਤ ਸਾਰੇ ਬੱਚੇ ਮੈਸੇਜ ਕਰਦੇ ਬੇਟੇ, ਮੈਂ ਉੱਥੇ ਤੁਹਾਨੂੰ ਰਿਪਲਾਈ ਵੀ ਕਰ ਰਿਹਾ ਕਿ ਕੁਝ ਐਮਰਜੈਂਸੀ ਹੈ। ਤੁਹਾਡੇ ਨਾਲ ਜ਼ਿਆਦਾ ਫਿਕਰ ਮੈਨੂੰ ਆ ਤੁਹਾਡੇ ਕੋਰਸ ਦਾ। ਤੇ ਪਲੀਜ਼ ਥੋੜਾ ਜਿਹਾ ਇਸ ਚੀਜ਼ ਨੂੰ ਸਮਝਿਆ ਕਰੋ। ਜੇ ਵੀਡੀਓ ਨਹੀਂ ਆ ਰਹੀ ਤਾਂ ਮਤਲਬ ਮੈਂ ਬਿਜ਼ੀ ਆ ਜਾਂ ਕੋਈ ਐਮਰਜੈਂਸੀ ਕਰਕੇ ਵੀਡੀਓ ਨਹੀਂ ਆ ਰਹੀ। ਜੇ ਮੈਂ ਫ੍ਰੀ ਹੋਊਂਗਾ ਰਾਜੇ, ਮੈਂ ਕਦੇ ਵੀ ਫ੍ਰੀ ਨਹੀਂ ਬੈਠਦਾਗਾ। ਠੀਕ ਹੈ, ਮੈਂ ਤਾਂ ਨੀਂਦ ਵੀ 2 ਘੰਟੇ ਲੈਣਾ ਸਿਰਫ। ਇਸ ਕਰਕੇ ਪਲੀਜ਼ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਵਾਰ-ਵਾਰ ਇੱਕੋ ਮੈਸੇਜ ਨਾ ਕਰਿਆ ਕਰੋ। ਉਹਦੇ ਨਾਲ ਕੀ ਹੁੰਦਾ, ਮੈਨੂੰ ਵੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੇ ਤੁਹਾਨੂੰ ਵੀ ਐਂ ਹੁੰਦਾ ਵੀ ਸਰ ਜਾਣ ਕੇ ਰਿਪਲਾਈ ਨਹੀਂ ਕਰ ਰਹੇ। ਠੀਕ ਹੈ, ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਪਲੀਜ਼। ਤੁਸੀਂ ਸਾਰੇ ਬਹੁਤ ਸਿਆਣੇ ਹੋ, ਵੈਲ ਐਜੂਕੇਟਿਡ ਹੋ। ਠੀਕ ਹੈ, ਤਾਂ ਅੱਜ ਆਪਾਂ ਪੜ੍ਹਨਾ ਕੀ ਹੈ ਰਾਜੇ, ਪ੍ਰੀ ਸਕੂਲ ਐਜੂਕੇਸ਼ਨ ਪੜ੍ਹਨੀ ਹੈ। ਨੈਕਸਟ ਟੌਪਿਕ ਹੈ ਆਪਣਾ। ਹੁਣ ਇਹ ਬਹੁਤ ਸੌਖਾ ਟੌਪਿਕ ਹੈ, ਬਟ ਇਹਦੇ ਵਿੱਚ ਕੁਝ ਟੈਕਨੀਕਲ ਟਰਮਸ ਹੈਗੀਆਂ ਜਿਹੜੀਆਂ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛੀਆਂ ਜਾ ਸਕਦੀਆਂ। ਉਹ ਚੀਜ਼ਾਂ ਸਮਝਣੀਆਂ ਵੀ ਕਿਹੜੀ ਕਿਹੜੀ ਪਾਲਿਸੀਜ਼ ਲੈ ਕੇ ਆਈ ਸੀ ਸਰਕਾਰ ਇਹਦੇ ਰਿਗਾਰਡਿੰਗ, ਜਾਂ ਫਿਰ ਜਿਹੜਾ ਪ੍ਰੀ ਸਕੂਲ ਐਜੂਕੇਸ਼ਨ ਹੈ ਸਿਸਟਮ ਹੈ, ਇਹ ਸ਼ੁਰੂ ਕਿਹਨੇ ਕੀਤਾ ਸੀਗਾ, ਫਸਟ ਟਾਈਮ ਕਦੋਂ ਪ੍ਰੀ ਸਕੂਲ ਐਜੂਕੇਸ਼ਨ ਦੀ ਜਿਹੜੀ ਸਿੱਖਿਆ ਹੈਗੀ ਹੈ ਸ਼ੁਰੂ ਹੋਈ ਸੀਗੀ। ਇਹਦੇ ਬਾਰੇ ਪੜਾਂਗੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ। ਐਂਡ ਪਾਰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਈ ਵਾਰੀ ਕੀ ਕਰਦਾ ਬੱਚਾ ਵੀ ਸਟਾਰਟਿੰਗ 'ਚ ਵੀਡੀਓ ਦੇਖ ਲੈਂਦਾ, ਐਂਡ ਤੇ ਛੱਡ ਦਿੰਦਾ। ਐਂਡ ਦਾ ਜਿਹੜਾ ਪਾਰਟ ਹੈਗਾ ਰਾਜੇ ਸਭ ਤੋਂ ਮੋਸਟ ਇੰਪੋਰਟੈਂਟ ਹੈ ਇਹ ਅੱਜ ਵਾਲੇ ਟੌਪਿਕ ਦਾ। ਪਲੀਜ਼ ਐਂਡ ਤੱਕ ਜਰੂਰ ਵਾਚ ਕਰਿਓ। ਜੇ ਵੀਡੀਓ ਵਧੀਆ ਲੱਗੂਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜਾ ਬੱਚਾ ਨਵਾਂ ਹੈ। ਠੀਕ ਹੈ, ਤਾਂ ਸਟਾਰਟ ਕਰਦੇ ਰਾਜੇ। ਇੰਟਰੋਡਕਸ਼ਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਬੇਸਿਕਲੀ ਜਿਹੜੀ ਪ੍ਰੀ ਸਕੂਲ ਕਹਿ ਸਕਦੇ ਆ ਆਪਾਂ, ਜਾਂ ਜਿਹਨੂੰ ਨਰਸਰੀ ਦੀ ਐਜੂਕੇਸ਼ਨ ਵੀ ਆਪਾਂ ਕਹਿ ਦਿੰਦੇ ਆ। ਮੈਂ ਫਸਟ ਵੀਡੀਓ 'ਚ ਪੜ੍ਹਾਇਆ ਸੀ ਤੁਹਾਨੂੰ। ਜਿਹੜੀ ਪ੍ਰੀ ਸਕੂਲ ਐਜੂਕੇਸ਼ਨ ਹੁੰਦੀ ਹੈ ਰਾਜੇ, ਨੂੰ ਆਪਾਂ ਨਰਸਰੀ ਐਜੂਕੇਸ਼ਨ ਵੀ ਕਹਿ ਦਿੰਦੇ ਆ, ਜਾਂ ਪ੍ਰੀ ਪ੍ਰਾਇਮਰੀ ਸਕੂਲ ਐਜੂਕੇਸ਼ਨ, ਜਾਂ ਪਲੇਵੇ ਦੀ ਸਕੂਲ ਕਹਿ ਸਕਦੇ ਆ, ਕਰੈਚ ਵੀ ਕਹਿ ਦਿੰਦੇ ਆਪਣੇ ਇੱਥੇ ਇੰਡੀਆ ਦੇ ਵਿੱਚ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਰਾਜੇ ਇੱਕੋ ਹੀ ਗੱਲ, ਇੱਕੋ ਹੀ ਹੈ, ਵੱਖਰੇ ਵੱਖਰੇ ਨਾਮ ਨੇ ਇਹਨਾਂ ਦੇ। ਠੀਕ ਹੈ, ਇਹ ਬੇਸਿਕਲੀ ਹੁੰਦਾ ਕੀ ਹੈ ਰਾਜੇ, ਜਦੋਂ ਬੰਦਾ ਸਕੂਲ ਜਾਣ ਤੋਂ ਪਹਿਲਾਂ ਆਪਾਂ ਬੱਚੇ ਨੂੰ ਕੀ ਕਰਦੇ ਆ, ਕਰੈਚ ਦੇ ਵਿੱਚ ਪਾ ਦਿੰਦੇ ਆ। ਕਰੈਚ ਦੇ ਵਿੱਚ ਬੱਚਾ ਕੀ ਕਰਦਾ ਰਾਜੇ, ਉੱਥੇ ਬੈਠਣਾ ਸਿੱਖਦਾ, ਲਿਖਣਾ ਸਿੱਖਦਾ, ਥੋੜਾ ਬਹੁਤਾ ਗੇਮਿੰਗ ਕਰਦਾ। ਕਹਿਣ ਦਾ ਮਤਲਬ ਜਿਹੜੇ ਬੇਸਿਕ ਐਟੀਕੇਟਸ ਹੁੰਦੇ ਨੇ ਜਾਂ ਬੇਸਿਕ ਜਿਹੜੀ ਐਜੂਕੇਸ਼ਨ ਹੁੰਦੀ ਹੈ ਉਹਦੀ ਕਿੱਥੇ ਹੁੰਦੀ ਹੈ ਰਾਜੇ, ਪ੍ਰੀ ਸਕੂਲ ਐਜੂਕੇਸ਼ਨ ਦੇ ਵਿੱਚ ਹੁੰਦੀ ਹੈ। ਹੁਣ ਇੱਕ ਬੱਚੇ ਨੇ ਕਮੈਂਟ ਪਾਇਆ ਸੀ ਕਿ ਸਰ ਕੁਝ ਸੈਕਿੰਡ 5 ਤੋਂ ਲੈ ਕੇ 10 ਸੈਕਿੰਡ ਵਾਸਤੇ ਸਲਾਈਡ ਨੂੰ ਰੋਕ ਲਿਆ ਕਰੋ, ਅਸੀਂ ਸਕਰੀਨਸ਼ਾਟ ਲੈਣਾ ਹੁੰਦਾ, ਕਿਉਂਕਿ ਇੰਗਲਿਸ਼ ਦੇ ਵਿੱਚ ਕਈ ਬੱਚੇ ਪੜ੍ਹਦੇ ਆ। ਤਾਂ ਮੈਂ ਜਦੋਂ ਪੰਜਾਬੀ 'ਚ ਬੋਲ ਰਿਹਾ ਹੁੰਦਾ, ਤੁਸੀਂ ਉਸ ਟਾਈਮ ਤੇ ਇੰਗਲਿਸ਼ ਵਾਲਾ ਰਾਜੇ ਸਕਰੀਨਸ਼ਾਟ ਲੈ ਲਿਆ ਕਰੋ ਪਾਊਜ਼ ਕਰਕੇ। ਕਹਿੰਦਾ ਪ੍ਰੀ ਸਕੂਲ, ਜਿਸ ਨੂੰ ਨਰਸਰੀ ਸਕੂਲ, ਪ੍ਰੀ ਪ੍ਰਾਇਮਰੀ ਸਕੂਲ ਜਾਂ ਫਿਰ ਪਲੇਵੇ ਸਕੂਲ ਜਾਂ ਕਰੈਚ ਕਿਹਾ ਜਾਂਦਾ ਹੈ, ਇੱਕ ਵਿਦਿਅਕ ਸਥਾਪਨਾ ਜਾਂ ਸਿੱਖਣ ਦੀ ਜਗ੍ਹਾ ਹੈ ਜੋ ਕਿ ਪ੍ਰਾਇਮਰੀ ਸਕੂਲ ਦੇ ਵਿੱਚ ਲਾਜ਼ਮੀ ਸਿੱਖਿਆ ਸ਼ੁਰੂ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਬਚਪਨ ਦੀ ਸਿੱਖਿਆ ਪ੍ਰਦਾਨ ਕਰਦੀ ਹੈ। ਤਾਂ ਤੁਹਾਨੂੰ ਮੈਂ ਦੱਸਿਆ ਰਾਜੇ, ਦੇਖੋ ਨਾਮ ਕਲੀਅਰ ਹੈ। ਤੁਹਾਨੂੰ ਮੈਂ ਇੱਕ ਵਰਡ ਦੱਸਦਾ, ਪ੍ਰੀ। ਪ੍ਰੀ ਦਾ ਮਤਲਬ ਹੁੰਦਾ ਪਹਿਲਾਂ। ਜਿਹੜਾ ਪ੍ਰੀ ਆ, ਪ੍ਰੀ ਦਾ ਮਤਲਬ ਹੁੰਦਾ ਪਹਿਲਾਂ। ਅੰਗਰੇਜ਼ੀ ਦਾ ਜਿਹੜਾ ਸ਼ਬਦ ਹੈਗਾ ਪ੍ਰੀ, ਉਹਦਾ ਮਤਲਬ ਹੁੰਦਾ ਪਹਿਲਾਂ। ਪ੍ਰੀ ਸਕੂਲ ਐਜੂਕੇਸ਼ਨ ਹੈ ਨਾ। ਪ੍ਰੀ ਦਾ ਮਤਲਬ ਪਹਿਲਾਂ, ਸਕੂਲ ਤੋਂ ਪਹਿਲਾਂ ਜਿਹੜੀ ਆਪਾਂ ਐਜੂਕੇਸ਼ਨ ਲੈਣੇ ਰਾਜੂ, ਨੂੰ ਆਪਾਂ ਕੀ ਕਹਿ ਦਾਂਗੇ, ਪ੍ਰੀ ਸਕੂਲ ਐਜੂਕੇਸ਼ਨ ਕਹਿ ਦਾਂਗੇ। ਕਿ ਸਕੂਲ ਜਾਣ ਤੋਂ ਪਹਿਲਾਂ ਜਿੱਥੇ ਆਪਾਂ ਕੁਝ ਦੇਰ ਵਾਸਤੇ, ਸਾਲ ਵਾਸਤੇ, 2 ਸਾਲ ਵਾਸਤੇ ਕਰੈਚ ਦੇ ਵਿੱਚ ਬੈਠਦੇ ਆ, ਲਿਖਦੇ ਆ, ਸਿੱਖਦੇ ਆ, ਉਹਨੂੰ ਆਪਾਂ ਕਹਾਂਗੇ ਪ੍ਰੀ ਸਕੂਲ। ਚਲੋ ਇਹ ਤਾਂ ਬਹੁਤ ਸਿੰਪਲ ਜਿਹੀ ਗੱਲਾਂ ਸੀਗੀਆਂ, ਤੁਹਾਨੂੰ ਪਤਾ ਵੀ ਹੋਣਗੀਆਂ, ਇਹਦੇ ਬਾਰੇ ਜ਼ਿਆਦਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ। ਹੁਣ ਜਿਹੜੀ ਪ੍ਰੀ ਸਕੂਲ ਐਜੂਕੇਸ਼ਨ ਹੁੰਦੀ ਹੈ ਰਾਜੇ, ਉਹ ਸਰਕਾਰ ਵੀ ਪ੍ਰੋਵਾਈਡ ਕਰਦੀ ਹੈ ਤੇ ਪ੍ਰਾਈਵੇਟ ਆਪਣੇ ਕੋਲੇ ਕਰੈਚ ਹੁੰਦੇ ਆ, ਪ੍ਰਾਈਵੇਟ ਸਕੂਲ ਵੀ ਹੁੰਦੇ ਆ। ਤਾਂ ਕਹਿੰਦਾ ਜੀ ਇਹ ਜਨਤਕ ਜਾਂ ਨਿੱਜੀ ਤੌਰ ਤੇ ਸੰਚਾਲਿਤ ਹੋ ਸਕਦਾ ਕਿਹੜਾ, ਪ੍ਰੀ ਸਕੂਲ ਐਜੂਕੇਸ਼ਨ ਸਿਸਟਮ ਜਿਹੜਾ ਤੁਹਾਡਾ ਹੈਗਾ। ਹੁਣ ਆਪਾਂ ਗੱਲ ਕਰਦੇ ਉਸ ਬੰਦੇ ਦੀ ਜਿਹਨੇ ਇਹ ਫਾਊਂਡ ਕੀਤਾ ਸੀ ਰਾਜੇ, ਪ੍ਰੀ ਸਕੂਲ ਐਜੂਕੇਸ਼ਨ ਫਾਊਂਡ ਕੀਤੀਆਂ ਸੀਗੀਆਂ। ਤਾਂ ਉਹ ਜਿਹੜਾ ਬੰਦਾ ਹੈਗਾ ਰਾਜੇ, ਉਹ ਹੈਗੇ ਨੇ ਆਹ। ਠੀਕ ਹੈ ਜੀ, ਇੱਕ ਫਰਾਂਸ ਦਾ ਬੰਦਾ ਸੀਗਾ ਰਾਜੇ। ਇਹਨਾਂ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀਗਾ ਇਹ ਚੀਜ਼। ਇਹਦਾ ਨਾਮ ਹੈਗਾ ਸੈਮੂਅਲ ਵਾਇਲਡ ਸਪਿਨ। ਠੀਕ ਹੈ, ਪੁੱਠੇ ਜਿਹੇ ਨਾਮ ਹੁੰਦੇ ਅੰਗਰੇਜ਼ਾਂ ਦੇ, ਤੁਹਾਨੂੰ ਪਤਾ ਹੀ ਆ। ਤਾਂ ਸੈਮੂਅਲ ਤੋਂ ਯਾਦ ਰੱਖ ਲਿਓ, ਤੁਹਾਨੂੰ ਯਾਦ ਆ ਜਾਊਗਾ ਜੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਇਹਨਾਂ ਨੂੰ ਮੰਨਿਆ ਜਾਂਦਾ, ਕਹਿੰਦੇ ਜੀ ਵਨ ਆਫ ਦਾ ਫਾਊਂਡਰ ਆਫ ਦਾ ਪ੍ਰੀ ਸਕੂਲ ਐਜੂਕੇਸ਼ਨ। ਸਭ ਤੋਂ ਪਹਿਲਾਂ ਇਹਨਾਂ ਨੇ ਸ਼ੁਰੂ ਕੀਤਾ ਸੀ ਰਾਜੇ। ਉਹਦਾ ਕਾਰਨ ਕੀ ਸੀਗਾ, ਇਹਨਾਂ ਨੇ ਜਦੋਂ ਇਹ ਸ਼ੁਰੂ ਕੀਤਾ ਸੀਗਾ 1819 ਲੰਡਨ ਦੇ ਵਿੱਚ ਸ਼ੁਰੂ ਕੀਤਾ ਸੀਗਾ। ਬੇਸਿਕਲੀ ਇਹਨਾਂ ਨੇ ਲੰਡਨ ਦੇ ਵਿੱਚ ਪਹਿਲਾਂ ਆਪਣਾ ਕੀ ਹੈ, ਸਕੂਲ ਖੋਲਿਆ ਸੀਗਾ ਰਾਜੇ। ਇਹ ਮਤਲਬ ਕਿ ਉਹਨਾਂ ਪੇਰੈਂਟਸ ਵਾਸਤੇ ਖੋਲਿਆ ਸੀ ਜਿਹੜੇ ਪੇਰੈਂਟਸ ਵਰਕਿੰਗ ਸੀਗੇ। ਤੁਸੀਂ ਅੱਜ ਕੱਲ੍ਹ ਦੇਖਦੇ ਹੋਵੋਗੇ ਇੰਡੀਆ ਦੇ ਵਿੱਚ ਪਹਿਲਾਂ ਕੀ ਸੀਗਾ, ਇੰਡੀਆ ਦੇ ਵਿੱਚ ਸਿਰਫ ਪਹਿਲਾਂ ਜਿਹੜੇ ਘਰ ਦੇ ਆਦਮੀ ਸੀਗੇ ਉਹੀ ਕਮਾਉਣ ਬਾਹਰ ਜਾਂਦੇ ਸੀਗੇ, ਔਰਤਾਂ ਘਰ ਵਿੱਚ ਰਹਿੰਦੀਆਂ ਸੀਗੀਆਂ। ਤਾਂ ਆਪਣੇ ਇਹ ਚੀਜ਼ ਬਹੁਤ ਲੇਟ ਆਈ ਹੈ। ਪਰ ਜਿਹੜਾ ਅੱਜ ਮਾਡਰਨ ਯੁੱਗ ਹੈਗਾ ਰਾਜੇ, ਇੱਥੇ ਦੋਨੇ, ਕਿਉਂਕਿ ਮਹਿੰਗਾਈ ਇੰਨੀ ਹੋ ਗਈ ਹੈ, ਜੇ ਮੁੰਡਾ ਕਮਾ ਰਿਹਾ ਨਾਲ ਕੁੜੀ ਵੀ ਕਮਾ ਰਹੀ ਹੈ। ਤਾਂ ਜੇ ਦੋਨੇ ਕਮਾਉਣ ਜਾ ਰਹੇ ਪਿੱਛੋਂ, ਜੇ ਮੰਨ ਲਓ ਉਹਨਾਂ ਦੀ ਬੱਚੇ ਦੀ ਦੇਖ ਰੇਖ ਕਰਨ ਵਾਸਤੇ ਕੋਈ ਨਹੀਂ ਹੈਗਾ, ਤਾਂ ਆਪਾਂ ਕੀ ਕਰਦੇ, ਉਹਨੂੰ ਕਰੈਚ 'ਚ ਪਾ ਦਿੰਦੇ ਆ ਜਾਂ ਪ੍ਰੀ ਸਕੂਲ ਐਜੂਕੇਸ਼ਨ ਦੇ ਵਿੱਚ ਪਾ ਦਿੰਦੇ ਆ। ਤਾਂ ਇਹਨੇ ਉਹੀ ਕੰਮ ਕੀਤਾ ਸੀਗਾ। ਤਾਂ ਸੈਮੂਅਲ ਨੇ 1819 ਵਿੱਚ ਲੰਡਨ ਵਿੱਚ ਆਪਣਾ ਪਹਿਲਾ ਬਾਲ ਸਕੂਲ ਖੋਲਿਆ ਸੀਗਾ। ਉਸ ਤੋਂ ਬਾਅਦ ਸੈਂਕੜੇ ਹੋਰ ਸਕੂਲ ਕੀ ਕੀਤੇ ਗਏ, ਖੋਲੇ ਗਏ।
ਤਾਂ ਯਾਦ ਰੱਖਣਾ ਪਹਿਲਾ ਸਕੂਲ ਕਦੋਂ ਖੁੱਲਿਆ ਸੀਗਾ 1819 ਲੰਡਨ ਦੇ ਵਿੱਚ। ਅੱਗੇ ਆਪਾਂ ਗੱਲ ਕਰਦੇ ਹਾਂ ਰਾਜੇ ਇਹਦੇ ਬਾਰੇ ਥੋੜੀ ਜਿਹੀ ਹੋਰ ਪੜ੍ਹਦੇ ਹਾਂ। ਹੁਣ ਕਹਿੰਦਾ ਜਿਹੜੀ ਪ੍ਰੀ ਸਕੂਲ ਸਿੱਖਿਆ ਹੈਗੀ ਰਾਜੇ, ਕਹਿੰਦਾ ਜਿਹਨੂੰ ਆਪਾਂ ਬਚਪਨ ਦੇ ਸ਼ੁਰੂਆਤੀ ਪੜਾਵਾਂ ਦੇ ਦੌਰਾਨ ਸਿੱਖਿਆ ਬੋਲਦੇ ਆ, ਤੇ ਜਿਹੜੀ ਬਚਪਨ ਦੇ ਵਿੱਚ ਸ਼ੁਰੂ ਹੁੰਦੀ ਹੈ ਰਾਜੇ ਲਗਭਗ 5 6 ਜਾਂ 7 ਸਾਲ ਦੀ ਉਮਰ ਵਿੱਚ। ਹੁਣ ਤੁਸੀਂ ਕਹੋਗੇ ਸਰ ਜੀ ਅਸੀਂ 5 ਸਾਲ ਉਮਰ ਯਾਦ ਰੱਖੀਏ, 6 ਰੱਖੀਏ ਜਾਂ 7 ਰੱਖੀਏ, ਤਾਂ ਚਿੰਤਾ ਨਾ ਕਰੋ, ਉਹ ਵੀ ਦੱਸ ਦਿੰਦਾ ਰਾਜੇ, ਕਿਉਂਕਿ ਹਰੇਕ ਦੇਸ਼ ਦੇ ਵਿੱਚ ਇਹ ਜਿਹੜੀ ਉਮਰ ਹੁੰਦੀ ਹੈ ਵੱਖਰੀ ਵੱਖਰੀ ਹੁੰਦੀ ਹੈ। ਹੁਣ ਤੁਹਾਨੂੰ ਮੈਂ ਗੱਲ ਦੱਸੀ ਸੀਗੀ ਲਾਸਟ ਟਾਈਮ, ਮੈਂ ਤੁਹਾਨੂੰ ਯੂਨੈਸਕੋ ਦਾ ਬੋਲਿਆ ਸੀਗਾ, ਯੂਨੈਸਕੋ ਮੰਨਦੀ ਹੈ 0 ਤੋਂ ਲੈ ਕੇ 8 ਸਾਲ ਤੱਕ ਦੀ ਕੀ ਮੰਨਦੀ ਹੈ ਪ੍ਰੀ ਸਕੂਲ ਐਜੂਕੇਸ਼ਨ ਦੀ ਉਮਰ ਮੰਨਦੀ ਹੈ, ਪਰ ਹਰੇਕ ਦੇਸ਼ ਦੇ ਵਿੱਚ ਵੱਖਰੀ ਵੱਖਰੀ ਹੁੰਦੀ ਹੈ। ਹੁਣ ਜਿਹੜਾ ਆਪਣਾ ਦੇਸ਼ ਹੈ ਰਾਜੇ ਉਹ ਕੀ ਮੰਨਦਾ 0 ਤੋਂ ਲੈ ਕੇ 6 ਸਾਲ ਮੰਨਦਾ ਹੈ, ਤਾਂ ਆਪਾਂ ਇੰਡੀਆ ਦੇ ਅਕੋਰਡਿੰਗ ਲਾ ਕੇ ਆਵਾਂਗੇ, ਆਪਣਾ ਆਨਸਰ ਕੀ ਲਾ ਕੇ ਆਵਾਂਗੇ 0 ਤੋਂ ਲੈ ਕੇ 6 ਸਾਲ ਲਾਵਾਂਗੇ। ਠੀਕ ਹੈ, ਤਾਂ ਦੇਖੋ ਲਿਖਿਆ ਹੋਇਆ ਕਿ ਜਿਹੜੀ ਇਹ ਉਮਰ ਹੁੰਦੀ ਹੈ ਹਰੇਕ ਸਾਲ ਟੂ ਸਾਲ ਹਰੇਕ ਕੰਟਰੀ ਟੂ ਕੰਟਰੀ ਕੀ ਕਰਦੀ ਹੈ ਵੈਰੀ ਕਰਦੀ ਹੈ। ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ ਤੇ ਰਿਗਾਰਡਿੰਗ ਥੋੜੀ ਜਿਹੀ ਹੋਰ ਇੰਟਰੋਡਕਸ਼ਨ ਪੜ੍ਹਦੇ ਹਾਂ। ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਜੀ ਇਹਦੀ ਆਬਜੈਕਟਿਵ। ਆਬਜੈਕਟਿਵ ਦਾ ਮਤਲਬ ਹੁੰਦਾ ਕਿ ਇਹਦਾ ਕਾਰਨ ਕੀ ਸੀਗਾ, ਆਪਾਂ ਕਿਉਂ ਮਤਲਬ ਕਿ ਇਹ ਐਜੂਕੇਸ਼ਨ ਕਿਉਂ ਜ਼ਰੂਰੀ ਹੈ ਪ੍ਰੀ ਸਕੂਲ ਵਾਲੀ। ਕਹਿੰਦਾ ਜੀ ਇਹ ਬੇਸਿਕਲੀ ਆਪਾਂ ਸਟਾਰਟਿੰਗ ਦੇ ਵਿੱਚ ਕੀ ਕਰਦੇ ਆ, ਇਨਸ਼ੋਰ ਕਰਦੇ ਆ ਚਿਲਡਰਨ ਨੂੰ ਕਿ ਫਰੈਂਡਲੀ এনवायरमेंट ਨੂੰ ਪ੍ਰੋਵਾਈਡ ਕੀਤਾ ਜਾਵੇ। ਜੇ ਉਹਨੂੰ ਫਰੈਂਡਲੀ এনवायरमेंट ਮਿਲੂਗਾ ਰਾਜੇ ਤਾਂ ਹੀ ਬੱਚੇ ਦੀ ਜਿਹੜੀ ਗਰੋਥ ਹੋਊਗੀ ਉਹ ਕੀ ਹੋਊਗੀ, ਚੰਗੇ ਢੰਗ ਨਾਲ ਹੋਊਗੀ। ਚੰਗੇ ਢੰਗ ਨਾਲ ਉਹਦੇ ਵਿੱਚ ਜਿਹੜੇ ਦੂਜਿਆਂ ਨਾਲ ਰਿਸਪੈਕਟ ਕਰਨ ਦੇ, ਦੂਜਿਆਂ ਨਾਲ ਗੱਲਬਾਤ ਕਰਨ ਦੇ ਕੀ ਆਣਗੇ, ਐਟੀਕੇਟਸ ਆਣਗੇ। ਤਾਂ ਬੇਸਿਕਲੀ ਕਹਿੰਦਾ ਟੂ ਇਨਸ਼ੋਰ ਦਾ ਚਾਈਲਡ ਫਰੈਂਡਲੀ এনवायरमेंट ਵੇਅਰ ਈਚ ਚਾਈਲਡ ਇਜ਼ ਵੈਲਿਊਡ, ਕਿ ਹਰੇਕ ਬੱਚੇ ਨੂੰ ਐ ਹੋਵੇ ਕਿ ਮੇਰੀ ਕਦਰ ਕੀਤੀ ਜਾਂਦੀ ਹੈ। ਹੁਣ ਕਈ ਵਾਰੀ ਹੁੰਦਾ ਹੈ ਪਰਮਾਤਮਾ ਨਾ ਕਰੇ ਕਈ ਘਰਾਂ ਦੇ ਵਿੱਚ ਕੀ ਹੁੰਦਾ ਮੁੰਡਿਆਂ ਨੂੰ ਪ੍ਰੈਫਰੈਂਸ ਜ਼ਿਆਦਾ ਮਿਲਦੀ ਹੈ, ਕੁੜੀਆਂ ਨੂੰ ਘੱਟ ਮਿਲਦੀ ਹੈ। ਉੱਥੇ ਬੱਚਾ ਉਹ ਚੀਜ਼ ਨੂੰ ਕੀ ਕਰਦਾ ਰਿਅਲਾਈਜ਼ ਕਰਦਾ ਕਿ ਯਾਰ ਮੇਰੇ ਪੇਰੈਂਟਸ ਮੇਰੇ ਭਰਾ ਨੂੰ ਜ਼ਿਆਦਾ ਪਿਆਰ ਕਰਦੇ, ਮੈਨੂੰ ਘੱਟ ਕਰਦੇ ਆ। ਉਹ ਚੀਜ਼ ਨਹੀਂ ਹੋਣ ਦੇਣੀ। ਠੀਕ ਹੈ, ਕਹਿੰਦਾ ਜੀ ਰਿਸਪੈਕਟਡ, ਇਸ ਤੋਂ ਇਲਾਵਾ ਫੀਲ ਦਾ ਸੇਫ ਐਂਡ ਸਿਕਿਉਰ ਐਂਡ ਡਿਵੈਲਪਸ ਏ ਪੋਜ਼ਿਟਿਵ ਸੈਲਫ ਕਨਸੈਪਟ। ਕਹਿਣ ਦਾ ਮਤਲਬ ਬੱਚੇ ਨੂੰ ਇਹੋ ਜਿਹਾ ਮਾਹੌਲ ਪ੍ਰਦਾਨ ਕਰਨਾ ਕਿ ਉਹਦੀ ਜਿਹੜੀ ਗਰੋਥ ਹੈਗੀ ਹੈ ਪੋਜ਼ਿਟਿਵਲੀ ਹੋਵੇ। ਠੀਕ ਹੈ, ਉਹਦੇ ਵਿੱਚ ਚੰਗੇ ਵਿਚਾਰ ਆਉਣ। ਅੱਗੇ ਗੱਲ ਕਰਦੇ ਹਾਂ ਇਸ ਤੋਂ ਬਾਅਦ, ਕਹਿੰਦਾ ਚੰਗੀ ਸਿਹਤ ਵਾਸਤੇ ਕਹਿ ਲਓ, ਤੰਦਰੁਸਤੀ ਵਾਸਤੇ ਕਹਿ ਲਓ, ਪੋਸ਼ਣ ਵਾਸਤੇ ਕਹਿ ਲਓ, ਸਿਹਤਮੰਦ ਆਦਤਾਂ, ਸਫਾਈ, ਇਹ ਸਾਰੀਆਂ ਕੀ ਹੁੰਦੀਆਂ ਨੇ ਰਾਜੇ ਇੱਕ ਮਜ਼ਬੂਤ ਨੀਂਹ ਬੱਚੇ ਦੀ ਕੀ ਕਰਦੀਆਂ ਪ੍ਰਦਾਨ ਕਰਦੀਆਂ। ਹੁਣ ਤੁਹਾਨੂੰ ਮੈਂ ਦੱਸਦਾ, ਜਿਵੇਂ ਹੁਣ ਆਂਗਣਵਾੜੀ ਦੀ ਆਪਾਂ ਗੱਲ ਕਰ ਲਈਏ, ਜਿਹੜੀਆਂ ਆਂਗਣਵਾੜੀਆਂ ਹੁੰਦੀਆਂ ਉਹ ਵੀ ਕੀ ਹੁੰਦੀ ਹੈ ਇੱਕ ਤਰ੍ਹਾਂ ਦਾ ਪ੍ਰੀ ਸਕੂਲ ਐਜੂਕੇਸ਼ਨ ਹੁੰਦੀ ਹੈ। ਠੀਕ ਹੈ, ਆਂਗਣਵਾੜੀਆਂ ਦੇ ਵਿੱਚ ਵੀ ਕੀ ਕਰਦੇ ਆ ਆਪਾਂ, ਹੁਣ ਬੱਚਿਆਂ ਨੂੰ ਕੀ ਪ੍ਰੋਵਾਈਡ ਕਰਦੇ ਆ, ਟੀਕਾਕਰਨ ਪ੍ਰੋਵਾਈਡ ਕਰਦੇ ਆ, ਚੰਗੀ ਸਿਹਤ ਵਾਸਤੇ ਮੁਫਤ ਟੀਕੇ ਲਾਏ ਜਾਂਦੇ ਆ, ਉਹਨਾਂ ਨੂੰ ਉੱਥੇ ਰੋਟੀ ਪਾਣੀ ਵੀ ਮਿਲਦਾ ਹੈ, ਉਹਨਾਂ ਨੂੰ ਪੋਸ਼ਣ ਮਤਲਬ ਪੋਸ਼ਣ ਤਾਂ ਆਪਣੇ ਆਪ ਹੀ ਹੋਊਗਾ ਜੇ ਰੋਟੀ ਪਾਣੀ ਸਹੀ ਮਿਲੂਗਾ, ਸਿਹਤਮੰਦ ਹੋਊਗਾ ਬੱਚਾ। ਸਫਾਈ ਕਰਨੀ ਹੈ, ਜਿਵੇਂ ਆਪਾਂ ਬੱਚਿਆਂ ਨੂੰ ਸਿਖਾਉਣੇ ਆ ਨੇਲਸ ਕੱਟ ਕੇ ਰੱਖੋ, ਆਪਣੇ ਬੇਸਿਕ ਐਟੀਕੇਟ ਦਿੰਨੇ ਆਪਾਂ ਸਾਰਾ ਕੁਝ, ਇਹ ਸਾਰਾ ਕੁਝ ਪ੍ਰੀ ਸਕੂਲ ਐਜੂਕੇਸ਼ਨ ਦੇ ਵਿੱਚ ਆ ਜਾਂਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਇਸ ਤੋਂ ਬਾਅਦ, ਚਲੋ ਇਹ ਸਾਰੇ ਆਬਜੈਕਟਿਵ ਹੈਗੇ ਰਾਜੇ ਆਪਾਂ ਨੂੰ ਪਤਾ ਹੁੰਦੇ ਆ, ਪਰ ਕਈ ਵਾਰੀ ਨਾ ਪੁੱਛ ਲੈਂਦਾ, ਕਈ ਵਾਰੀ ਕੁਐਸਚਨ ਆ ਜਾਂਦਾ ਸਟੇਟਮੈਂਟ ਵਾਲਾ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਪ੍ਰੀ ਸਕੂਲ ਐਜੂਕੇਸ਼ਨ ਦੇ ਆਬਜੈਕਟਿਵ ਹੈਗੇ ਆ ਜਾਂ ਜਿਹੜੇ ਨਹੀਂ ਹੈਗੇਗੇ, ਤਾਂ ਤੁਹਾਨੂੰ ਸਟੇਟਮੈਂਟ ਵਾਲੇ ਵਿੱਚੋਂ ਸਿਲੈਕਟ ਕਰਨਾ ਹੁੰਦਾ ਵੀ ਕਿਹੜਾ ਕਰੈਕਟ ਹੈ ਕਿਹੜਾ ਇਨਕਰੈਕਟ ਹੈ। ਤਾਂ ਤੁਹਾਨੂੰ ਮੈਂ ਇੱਕ ਵਾਰੀ ਪੜ੍ਹਾ ਰਿਹਾ। ਕਹਿੰਦਾ ਜੀ ਬੱਚਿਆਂ ਨੂੰ ਪ੍ਰਭਾਵੀ ਸੰਚਾਰਕ ਬਣਨ ਦੇ ਯੋਗ ਬਣਾਉਣਾ ਅਤੇ ਗ੍ਰਹਿਣਸ਼ੀਲ ਅਤੇ ਭਾਵਪੂਰਨ ਭਾਸ਼ਾ ਦੋਵਾਂ ਨੂੰ ਉਤਸ਼ਾਹਿਤ ਕਰਨ ਵਾਸਤੇ। ਹੁਣ ਬੇਸਿਕਲੀ ਕੀ ਹੈ, ਜੇ ਬੱਚਾ ਸਹੀ ਗਰੋਥ ਹੋਊਗੀ, ਇਸ ਤੋਂ ਇਲਾਵਾ ਉਹਦੇ ਵਿੱਚ ਕੀ ਹੈ ਇਫੈਕਟਿਵ ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ। ਇਫੈਕਟਿਵ ਦਾ ਮਤਲਬ ਹੁੰਦਾ ਕਿ ਹੁਣ ਕਈ ਬੱਚੇ ਕੀ ਕਰਦੇ ਬਹੁਤ ਲੇਟ ਬੋਲਣਾ ਸ਼ੁਰੂ ਕਰਦੇ ਆ, ਉਹਦਾ ਕਾਰਨ ਕੀ ਹੁੰਦਾ ਕਿ ਉਹਨੂੰ ਘਰ ਦੇ ਵਿੱਚ ਉਹ ਮਾਹੌਲ ਹੀ ਨਹੀਂ ਮਿਲਦਾ। ਹੁਣ ਜਿਹੜੇ ਘਰ ਦੇ ਵਿੱਚ ਸਟਾਫ ਮੈਂਬਰ ਜ਼ਿਆਦਾ ਹੋਣਗੇ, ਘਰ ਦੇ ਵਿੱਚ ਜਿਹੜੇ ਮੈਂਬਰ ਘਰ ਦੇ ਜ਼ਿਆਦਾ ਹੋਣਗੇ, ਉਹ ਬੱਚੇ ਨੂੰ ਜ਼ਿਆਦਾ ਬੁਲਾਉਂਦੇ ਚਲਾਉਂਦੇ ਰਹਿੰਦੇ ਆ, ਉਹਨਾਂ ਦਾ ਬੱਚਾ ਜਲਦੀ ਬੋਲਣਾ ਸਟਾਰਟ ਕਰ ਦਿੰਦਾ ਹੈ। ਪਰ ਕਈਆਂ ਦੇ ਵਿੱਚ ਕੀ ਹੁੰਦਾ ਹੈ, ਜਿਵੇਂ ਕਈ ਘਰਾਂ ਦੇ ਵਿੱਚ ਜ਼ਿਆਦਾ ਪੈਸਾ ਹੀ ਹੁੰਦਾ, ਉੱਥੇ ਕੀ ਮਾਹੌਲ ਨਹੀਂ ਹੁੰਦਾ ਇਕੱਠੇ ਬੈਠਣ ਦਾ ਜਾਂ ਇਕੱਠੇ ਬਹਿ ਕੇ ਖਾਣ ਪੀਣ ਦਾ, ਤਾਂ ਬੱਚੇ ਨੂੰ ਕੀ ਆ ਬੱਚੇ ਉੱਪਰ ਫੋਕਸ ਨਹੀਂ ਕੀਤਾ ਜਾਂਦਾ, ਬੱਚਾ ਬਹੁਤ ਲੇਟ ਬੋਲਣਾ ਸ਼ੁਰੂ ਕਰਦਾ ਹੈ। ਤਾਂ ਉਹ ਚੀਜ਼ਾਂ ਦੇ ਬਾਰੇ ਗੱਲ ਕਰਦੇ ਆ ਵੀ ਉਹ ਆਪਣੇ ਜਿਹੜੇ ਮਨ ਦੇ ਭਾਵ ਹੈਗੇ ਐਕਸਪ੍ਰੈਸ ਕਰ ਪਾਉਂਦਾ ਜਾਂ ਨਹੀਂ ਕਰ ਪਾਉਂਦਾ, ਤਾਂ ਇਹ ਚੀਜ਼ ਉਹਨੂੰ ਸਿਖਾਈ ਜਾਂਦੀ ਹੈ ਪ੍ਰੀ ਸਕੂਲ ਐਜੂਕੇਸ਼ਨ ਦੇ ਵਿੱਚ। ਇਸ ਤੋਂ ਇਲਾਵਾ ਕਹਿੰਦਾ ਜੀ ਬੱਚਿਆਂ ਨੂੰ ਸਿੱਖਣ ਵਿੱਚ ਸ਼ਾਮਲ ਕਰਨ ਵਾਸਤੇ, ਹੁਣ ਕਈ ਬੱਚੇ ਹੁੰਦੇ ਕਈ ਇੰਟਰਸਟ ਨਹੀਂ ਲੈਂਦੇ ਨਵਾਂ ਚੀਜ਼ ਕਰਨ ਵਾਸਤੇ। ਹੁਣ ਕਈ ਬੱਚੇ ਕੀ ਹੁੰਦੇ ਆ ਪੜ੍ਹਾਈ ਦੇ ਵਿੱਚ ਇੰਟਰਸਟ ਨਹੀਂ ਲੈਂਦੇਗੇ, ਨਵੀਂ ਚੀਜ਼ ਨਹੀਂ ਸਿੱਖਦੇਗੇ, ਪਰ ਉਸਦੇ ਓਪੋਜ਼ਿਟ ਕਈ ਬੱਚੇ ਇੰਨੇ ਜ਼ਿਆਦਾ ਇੰਟਰਸਟਿਡ ਹੁੰਦੇ ਆ ਕਿ ਉਹ ਹਰੇਕ ਚੀਜ਼ ਦੇ ਵਿੱਚ ਕੀ ਕਰਦੇ ਆ ਪਾਰਟਿਸਿਪੇਟ ਕਰਦੇ ਆ, ਚਾਹੇ ਉਹ ਗਾਣਾ ਹੋਵੇ, ਸੌਣਾ ਹੋਵੇ, ਨਹਾਉਣਾ ਹੋਵੇ, ਧੋਣਾ ਹੋਵੇ, ਜੋ ਮਰਜ਼ੀ ਕਹਿ ਲਓ। ਕਹਿਣ ਦਾ ਮਤਲਬ ਬੱਚੇ ਨੂੰ ਇੰਟਰਸਟ ਹੁੰਦਾ ਹਰੇਕ ਚੀਜ਼ ਦੇ ਵਿੱਚ। ਕਹਿੰਦੇ ਜੀ ਜਾਂ ਆਪਾਂ ਕਹਿ ਸਕਦੇ ਹਾਂ ਸੋਚਣਾ, ਕੋਈ ਨਵੀਂ ਚੀਜ਼ ਵਾਸਤੇ ਸੋਚਣਾ, ਕੋਈ ਨਵੀਂ ਚੀਜ਼ ਇਨੋਵੇਸ਼ਨ ਕਰਨੀ, ਕਾਰਡ ਕੱਢਣੀ, ਇਹ ਸਾਰੀ ਚੀਜ਼ਾਂ ਤਾਂ ਹੀ ਪੋਸੀਬਲ ਹੈ ਜੇ ਬੱਚਾ ਕੀ ਹੈ ਇੱਕ ਚੰਗੇ ਮਾਹੌਲ ਦੇ ਵਿੱਚ ਪੜ੍ਹਿਆ ਲਿਖਿਆ ਜਾਂ ਉੱਠਿਆ ਬੈਠਿਆ ਜਾਂ ਉਹ ਪਾਲ ਪੋਸ਼ਣ ਉਹਦਾ ਵਧੀਆ ਹੋਇਆ। ਕਹਿੰਦਾ ਟੂ ਹੈਲਪ ਦਾ ਚਿਲਡਰਨ ਬਿਕਮ ਇਨਵੋਲਵਡ ਲਰਨਰ, ਥਿੰਕ critically, be creative, ਠੀਕ ਹੈ ਜੀ, collaborate, communicate and connect with their immediate environment। ਤਾਂ ਸਾਰੀ ਗੱਲਬਾਤ ਆ ਜੂਗੀ ਤੁਹਾਡੇ ਪ੍ਰੀ ਸਕੂਲ ਐਜੂਕੇਸ਼ਨ ਦੇ ਵਿੱਚ। ਇਹ ਸਭ ਕੁਝ ਪ੍ਰੋਵਾਈਡ ਕਰਦਾ ਰਾਜੇ ਤੁਹਾਡਾ ਪ੍ਰੀ ਸਕੂਲ ਐਜੂਕੇਸ਼ਨ। ਇਸ ਤੋਂ ਇਲਾਵਾ ਕਹਿੰਦਾ ਜੀ ਪ੍ਰੀ ਸਕੂਲ ਤੋਂ ਪਹਿਲਾਂ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਸੰਚਾਰੂ ਤਬਦੀਲੀ ਨੂੰ, ਹੁਣ ਦੇਖੋ ਜਿਹੜਾ ਬੱਚਾ ਡਾਇਰੈਕਟ ਜਾਊਗਾ ਸਕੂਲ ਦੇ ਵਿੱਚ ਉਹ ਕੀ ਆ ਉਹਨੂੰ ਬੇਸਿਕ ਚੀਜ਼ਾਂ ਨਹੀਂ ਆਉਂਦੀਆਂ ਹੋਣਗੀਆਂ,
ਇਸ ਦੇ ਓਪੋजिट ਜਿਹੜਾ ਬੱਚਾ ਪ੍ਰੀ ਸਕੂਲ ਐਜੂਕੇਸ਼ਨ ਕਰਕੇ ਜਾਊਗਾ ਉਹ ਬੈਸਟ ਮੰਨਿਆ ਜਾਂਦਾ ਕਿ ਜਿਹੜਾ ਬੱਚਾ ਪ੍ਰੀ ਸਕੂਲ ਐਜੂਕੇਸ਼ਨ ਕਰਕੇ ਆਇਆ ਉਹ ਪੂਰੀ ਤਰ੍ਹਾਂ ਤਿਆਰ ਹੈ ਕਾਹਦੇ ਵਾਸਤੇ, ਪ੍ਰਾਇਮਰੀ ਸਕੂਲ ਵਾਸਤੇ ਜਾਂ ਉਹਦੀ ਬੇਸਿਕ ਐਜੂਕੇਸ਼ਨ ਵਾਸਤੇ ਤਿਆਰ ਹੈ। ਤਾਂ ਇਹ ਕੀ ਕੀਤਾ ਜਾਂਦਾ, ਇਹਦੇ ਵਿੱਚ ਤਬਦੀਲ ਕੀਤਾ ਜਾਂਦਾ ਬੱਚੇ ਨੂੰ। ਦੇਖੋ ਉੱਥੇ ਬੈਠਣਾ ਸਿਖਾਇਆ ਜਾਂਦਾ ਹੈ, ਆਪਣੇ ਫਰੈਂਡਸ ਦੇ ਨਾਲ ਕਿਸ ਤਰ੍ਹਾਂ ਬੋਲਣਾ ਹੈ, ਜਾਂ ਉਹਨੂੰ ਬੇਸਿਕ ਜਿਹੜੀ ਥੋੜੀ ਬਹੁਤੀ ਖੇਡਾਂ ਹੋ ਗਈਆਂ, ਗੇਮਸ ਹੋ ਗਈਆਂ, ਉਹਦੇ ਵਿੱਚ ਪਾਰਟਿਸਿਪੇਟ ਕਰਨਾ ਸਿਖਾਇਆ ਜਾਂਦਾ ਹੈ। ਠੀਕ ਹੈ ਜੀ, ਇਹ ਚੀਜ਼ ਕੀ ਹੋ ਗਿਆ, ਇਹਦਾ ਮੇਨ ਆਬਜੈਕਟਿਵ ਹੋ ਗਿਆ। ਇਸ ਤੋਂ ਇਲਾਵਾ ਕਹਿੰਦਾ ਜੀ ਹਰੇਕ ਬੱਚੇ ਨੂੰ ਵਧਣ ਫੁੱਲਣ ਦੇ ਯੋਗ ਬਣਾਉਣਾ, ਆਪਣੇ ਮਾਤਾ ਪਿਤਾ ਤੇ ਭਾਈਚਾਰੇ ਨਾਲ ਭਾਈਵਾਲੇ ਵਜੋਂ ਕੰਮ ਕਰਨਾ। ਕਹਿਣ ਦਾ ਮਤਲਬ ਆਪਣੇ ਪੇਰੈਂਟਸ ਨਾਲ, ਆਪਣੇ ਭੈਣ ਭਰਾ ਨਾਲ, ਆਪਣੇ ਚਾਚੇ ਤਾਇਆਂ ਦੇ ਬੱਚਿਆਂ ਨਾਲ, ਜਾਂ ਕਿਸੇ ਨਾਲ ਵੀ ਕਹਿ ਲਓ ਕਿ ਉਹਨੂੰ ਕਿਵੇਂ ਕਿਸ ਤਰ੍ਹਾਂ ਘੁਲਣਾ ਮਿਲਣਾ ਸਿਖਾਇਆ ਜਾਂਦਾ ਹੈ। ਟੂ ਵਰਕ ਐਜ਼ ਏ ਪਾਰਟਨਰ ਵਿਦ देयर ਪੇਰੈਂਟਸ ਐਂਡ ਕਮਿਊਨਿਟੀ ਟੂ ਅਨੇਬਲ ਦਾ ਈਚ ਚਾਈਲਡ ਟੂ ਦਾ ਫਲੋਰਿਸ਼। ਠੀਕ ਹੈ ਜੀ, ਤਾਂ ਉਹਨੂੰ ਮਤਲਬ ਕਿ ਕਹਿਣ ਦਾ ਮਤਲਬ ਮਿਕਸਅਪ ਕਿਵੇਂ ਹੁੰਦਾ ਬੱਚਾ। ਠੀਕ ਹੈ, ਇਹ ਚੀਜ਼ਾਂ ਕੀ ਹੈ, ਬੇਸਿਕ ਨੇ ਉਹਦੀਆਂ। ਚਲੋ ਹੁਣ ਤੁਹਾਨੂੰ ਮੈਂ ਦੱਸ ਵੀ ਦਿੱਤਾ ਪ੍ਰੀ ਸਕੂਲ ਐਜੂਕੇਸ਼ਨ ਕੀ ਹੁੰਦੀ ਹੈ, ਤੁਹਾਨੂੰ ਮੈਂ ਇਹ ਵੀ ਦੱਸਤਾ ਇਹਦੇ ਗੋਲ ਕੀ ਨੇ, ਮੈਂ ਵੀ ਦੱਸਤਾ ਪਹਿਲੀ ਵਾਰੀ ਕਿਹਨੇ ਇਹ ਟਰਮ ਲੈ ਕੇ ਆਇਆ ਸੀ ਪ੍ਰੀ ਸਕੂਲ ਐਜੂਕੇਸ਼ਨ। ਇਸ ਤੋਂ ਇਲਾਵਾ ਤੁਹਾਨੂੰ ਮੈਂ ਇਹ ਵੀ ਦੱਸਤਾ ਜਿਹੜਾ ਕਿ ਪ੍ਰੀ ਸਕੂਲ ਜਿਹੜਾ ਹੈਗਾ ਸਭ ਤੋਂ ਪਹਿਲਾਂ ਕਿਹਨੇ ਖੋਲਿਆ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਨਰਸਰੀ ਸਕੂਲ ਕੀ ਹੁੰਦਾ ਹੈ। ਠੀਕ ਹੈ, ਨਰਸਰੀ ਸਕੂਲ ਬੇਸਿਕਲੀ ਜਿਹੜਾ ਪ੍ਰੀ ਸਕੂਲ ਐਜੂਕੇਸ਼ਨ ਉਹਨੂੰ ਆਪਾਂ ਨਰਸਰੀ ਸਕੂਲ ਐਜੂਕੇਸ਼ਨ ਵੀ ਬੋਲ ਦਿੰਦੇ ਆ। ਤਾਂ ਨਰਸਰੀ ਸਕੂਲ ਕੀ ਹੁੰਦਾ ਹੈ, ਕਹਿੰਦਾ ਜੀ ਇਹ ਨਰਸਰੀ ਸਕੂਲ ਕਹਿ ਲਓ ਜਾਂ ਪ੍ਰੀ ਕ੍ਰੈਚ ਕਹਿ ਲਓ ਜਾਂ ਤੁਸੀਂ ਕੁਝ ਆਂਗਣਵਾੜੀਆਂ ਕਹਿ ਲਓ। ਕਹਿੰਦਾ ਜੀ ਇਹ ਸਕੂਲ 3 ਤੋਂ ਲੈ ਕੇ 6 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਸਕੂਲ ਹੁੰਦਾ ਹੈ ਜਿਸ ਵਿੱਚ ਯੋਗ ਅਧਿਆਪਕ ਵੀ ਹੁੰਦੇ ਆ, ਹੋਰ ਪੇਸ਼ਾਵਰ ਜੋ ਸਟਾਫ ਹੁੰਦਾ ਹੈ ਜੋ ਸਿਰਫ ਬੱਚਿਆਂ ਦੀ ਕੀ ਕਰਦਾ, ਦੇਖਭਾਲ ਕਰਦਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਖੇਡਾਂ ਵਾਸਤੇ ਉਤਸ਼ਾਹਿਤ ਕਰਦਾ, ਨਿਗਰਾਨੀ ਕਰਦਾ ਹੈ, ਉਹਨਾਂ ਦੇ ਬੇਸਿਕ ਫੂਡ ਵਗੈਰਾ ਮਤਲਬ ਜਿਹੜਾ ਉੱਥੇ ਬਣਾਉਂਦੇ ਆ ਉਹ ਪ੍ਰੋਵਾਈਡ ਕਰਦੇ ਆ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਆਂਗਣਵਾੜੀ ਵਿੱਚ ਟੀਕਾਕਰਨ ਵਗੈਰਾ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਤਾਂ ਇਹ ਆਪਾਂ ਕਹਿ ਸਕਦੇ ਹਾਂ ਇੱਕ ਟੈਕਨੀਕਲ ਜਿਹੜੀ ਡੈਫੀਨੇਸ਼ਨ ਹੋ ਸਕਦੀ ਹੈ ਨਰਸਰੀ ਸਕੂਲ ਦੀ, ਜਾਂ ਫਿਰ ਆਂਗਣਵਾੜੀ ਦੀ ਕਹਿ ਸਕਦੇ ਹਾਂ ਆਪਾਂ। ਬਾਕੀ ਚਿੰਤਾ ਨਹੀਂ ਕਰਨੀ, ਆਂਗਣਵਾੜੀ ਜਿਹੜੇ ਲਾਅ ਹੈਗੇ ਆਂਗਣਵਾੜੀ ਕੀ ਹੈ ਸਭ ਕੁਝ ਇਹਦੇ ਉੱਪਰ ਇੱਕ ਪ੍ਰੋਪਰ ਵੀਡੀਓ ਆਊਗੀ ਆਪਣੀ ਕਿ ਆਂਗਣਵਾੜੀ ਕਿੰਨੇ ਆਂਗਣਵਾੜੀ ਪੰਜਾਬ ਦੇ ਵਿੱਚ ਹੈਗੇ ਆ, ਕੀ ਕੰਮ ਹੁੰਦਾ ਉਹਨਾਂ ਦਾ, ਇਹ ਸਾਰਾ ਕੁਝ ਆਊਗਾ, ਉਹਦਾ ਰੋਲ ਐਂਡ ਆਬਜੈਕਟਿਵ ਸਾਰਾ ਕੁਝ ਆਊਗਾ। ਠੀਕ ਹੈ, ਤਾਂ ਇਹ ਗੱਲ ਹੈਗੀ ਹੈ ਜੀ ਨਰਸਰੀ ਸਕੂਲ ਦੀ ਆਪਣੀ। ਹੁਣ ਨਰਸਰੀ ਸਕੂਲ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਰਾਜੇ ਪੰਜਾਬ, ਜਾਂ ਆਪਾਂ ਕਹਿ ਦਿੰਦੇ ਹਾਂ ਸੈਂਟਰ ਦੀ ਇੱਕ ਸਕੀਮ ਹੈਗੀ ਆ ICDS। ਠੀਕ ਹੈ ਜੀ, ਹੁਣ ICDS ਕੀ ਇੱਕ ਸੈਂਟਰ ਦੀ ਸਕੀਮ ਆ ਰਾਜੇ, ਭਾਰਤ ਸਰਕਾਰ ਦੀ ਸਕੀਮ ਆ, ਜਿਹਨੂੰ ਕਹਿ ਦਿੰਦੇ ਆਪਾਂ ਕੀ ਕਹਿੰਦੇ ਆ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼। ਠੀਕ ਹੈ, ਇਹ ਭਾਰਤ ਸਰਕਾਰ ਨੇ ਸਕੀਮ ਚਲਾਈ ਹੋਈ ਹੈ। ਹੁਣ ਬੇਸਿਕਲੀ ਇਹ ਸਕੀਮ ਦੇ ਵਿੱਚ ਕਰਦੇ ਕੀ ਹੈ ਰਾਜੇ, ਇਹਦਾ ਮੇਨ ਕੰਮ ਕੀ ਹੈ, ਕਹਿੰਦਾ ਜੀ ਪ੍ਰੀ ਸਕੂਲ ਸਿੱਖਿਆ ਲਈ ਭਾਰਤ ਸਰਕਾਰ ਦਾ ਮੁੱਖ ਪਲੇਟਫਾਰਮ ਹੈ ICDS। ਹੁਣ ਹੈ ਕੀ ਹੈ ਰਾਜੇ, ਇੱਕ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਜਿਹੜੀ ਕਿ ਸਟੇਟ ਗਵਰਨਮੈਂਟ ਨੂੰ ਕੀ ਕਰਦੀ ਹੈ, ਆਪਾਂ ਨੂੰ ਸਟੇਟ ਗਵਰਨਮੈਂਟ ਨੂੰ ਇੰਸਟਰਕਸ਼ਨਸ ਦਿੰਦੀ ਹੈ ਵੀ ਤੁਸੀਂ ਪ੍ਰਬੰਧ ਕਰਨਾ ਕਾਹਦਾ, ਪ੍ਰੀ ਸਕੂਲ ਐਜੂਕੇਸ਼ਨ ਦਾ ਆਪਣੇ ਸਟੇਟ ਦੇ ਵਿੱਚ। ਜਿਹਦੇ ਵਿੱਚ ਕੀ ਕੀਤਾ ਜਾਂਦਾ ਰਾਜੇ, ਆਪਣੇ ਜਿਵੇਂ ਆਂਗਣਵਾੜੀਆਂ, ਕਰੈਚ ਹੋ ਗਏ, ਪ੍ਰਾਈਵੇਟ ਕਰੈਚ ਹੋ ਗਏ, ਜਾਂ ਕੁਝ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਸਰਕਾਰ ਵੱਲੋਂ। ਠੀਕ ਹੈ ਜੀ, ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਮੇਨ ਆਂਗਣਵਾੜੀ ਕੇਂਦਰ ਜਿਹੜੇ ਹੈਗੇ ਸਰਕਾਰ ਪ੍ਰੋਵਾਈਡ ਕਰਦੀ ਹੈ। ਇਹਦੇ ਵਿੱਚ ਟੀਕਾਕਰਨ ਪ੍ਰੋਵਾਈਡ ਕਰਦੀ ਹੈ, ਸਿਹਤ ਦੀ ਜਾਂਚ ਕਰਦੀ ਹੈ, ਭੋਜਨ ਜਿਵੇਂ ਪੂਰਕ ਹੋ ਗਿਆ, ਕੁਪੋਸ਼ਣ ਤੋਂ ਬਚਣ ਵਾਸਤੇ, ਵਿਕਾਸ ਦੀ ਨਿਗਰਾਨੀ ਹੋ ਗਈ, ਸਿਹਤ ਹੋ ਗਈ, ਪੋਸ਼ਣ ਸਿੱਖਿਆ ਸ਼ਾਮਲ ਹੈ। ਤਾਂ ਕਹਿਣ ਦਾ ਮਤਲਬ ਜਿਹੜੇ ਆਂਗਣਵਾੜੀਜ਼ ਹੈਗੀਆਂ ਇਹ ICDS ਦੇ ਅਧੀਨ ਆਉਂਦੀਆਂ। ਠੀਕ ਹੈ, ਤੇ ਬਾਕੀ ਜਿਹੜੇ ਪ੍ਰਾਈਵੇਟ ਹੁੰਦੇ ਰਾਜੇ ਉਹ ਤਾਂ ਚਲੋ ਵੱਖ ਵੱਖਰੀਆਂ ਸੰਸਥਾਵਾਂ ਹੁੰਦੀਆਂ ਉਹ ਖੋਲਦੀਆਂ। ਤਾਂ ਇਹ ਯਾਦ ਰੱਖਣਾ ਰਾਜੇ ICDS ਦੇ ਉੱਪਰ ਵੀ ਮੈਂ ਇੱਕ ਅਲੱਗ ਵੀਡੀਓ ਲੈ ਕੇ ਆਉਂਗਾ। ਤਾਂ ਅੰਗਰੇਜ਼ੀ ਦੇ ਵਿੱਚ ਵੀ ਲਿਖਿਆ ਗਿਆ ਰਾਜੇ the government of India main delivery platform for the preschool education is the ICDS ਦੀ ਫੁੱਲ ਫਾਰਮ ਪੁੱਛੀ ਜਾਊਗੀ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼। ਠੀਕ ਹੈ ਜੀ, ਕਹਿੰਦਾ ਕਿ ਇੱਕ ਸੈਂਟਰਲੀ ਸਪਾਂਸਰਡ ਸਕੀਮ ਹੈ ਜਿਹੜੀ ਕਿ ਸਟੇਟ ਗਵਰਨਮੈਂਟ ਕੀ ਕਰਦੀ ਹੈ, ਉਹਨੂੰ ਐਡਮਿਨ ਕਰਦੀ ਹੈ ਕਾਹਦੇ ਵਾਸਤੇ, अर्ਲੀ ਚਾਈਲਡਹੁੱਡ ਡਿਵੈਲਪਮੈਂਟ ਵਾਸਤੇ, ਜਿਹਦੇ ਵਿੱਚ ਪ੍ਰੀ ਸਕੂਲ ਐਜੂਕੇਸ਼ਨ ਆ ਜਾਂਦੀ ਹੈ ਰਾਜੇ। ਇਹਦੇ ਵਿੱਚ ਆਪਾਂ ਜਿਵੇਂ ਮੰਨ ਲਓ ਕਿ ਉਹਦੀ ਹੈਲਥ ਚੈੱਕਅਪ ਹੋ ਗਿਆ, ਠੀਕ ਹੈ ਜੀ, ਉਹਦਾ ਫੂਡ ਸਪਲੀਮੈਂਟ ਹੋ ਗਿਆ, ਉਹਦੀ ਗਰੋਥ ਮੋਨੀਟਰ ਕਰਨੀ ਹੈ, ਨਿਊਟ੍ਰੀਸ਼ਨ ਜਿਵੇਂ, ਠੀਕ ਹੈ ਜੀ, ਪੋਸ਼ਣ ਵਾਲਾ ਭੋਜਨ ਪ੍ਰੋਵਾਈਡ ਕਰਨਾ। ਜੇ ਆਪਾਂ ਗੱਲ ਕਰੀਏ ਲਗਭਗ 1.37 ਮਿਲੀਅਨ ਆਂਗਣਵਾੜੀ ਸੈਂਟਰ ਆ ਆਲ ਓਵਰ ਇੰਡੀਆ ਦੇ ਵਿੱਚ। ਠੀਕ ਹੈ, ਪੰਜਾਬ ਦੇ ਵਿੱਚ ਕਿੰਨੇ ਆ ਇਹ ਤੁਹਾਨੂੰ ਮੈਂ ਦੱਸ ਦੂੰਗਾ। ਚਲੋ ਜੀ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਹ ਸਕੀਮ ਦੇ ਬਾਰੇ। ਮੈਂ ਇੱਕ ਵੀਡੀਓ 'ਚ ਪੜਾਇਆ ਹੋਇਆ ਤੁਹਾਨੂੰ, ਫਸਟ ਵੀਡੀਓ ਦੇ ਵਿੱਚ CECCE ਇਹਨੂੰ ਕੀ ਕਹਿ ਦਿੰਦੇ ਆ, अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ। ਇਹਦੇ ਬਾਰੇ ਆਪਾਂ ਜ਼ਿਆਦਾ ਨਹੀਂ ਪੜਾਂਗੇ, ਇਹ ਵੀ ਇੱਕ ਸਕੀਮ ਹੈ। ਇਹ ਕਿਹਦੇ ਅੰਡਰ ਆਉਂਦੀ ਹੈ ਰਾਜੇ, ਇਹਦੇ ਵਿੱਚ ਕੀ ਆ ਜਾਂਦਾ, ਪ੍ਰੀ ਸਕੂਲ ਐਜੂਕੇਸ਼ਨ ਆ ਜਾਂਦੀ ਹੈ। ਤਾਂ 2013 ਦੇ ਵਿੱਚ ਕੀ ਕੀਤਾ ਸੀ ਸਰਕਾਰ ਨੇ, ਇਹਨੂੰ ਕੀ ਕੀਤਾ ਸੀ, ਮਾਨਤਾ ਦਿੱਤੀ ਸੀਗੀ। ਤਾਂ ਕਹਿੰਦਾ ਜੀ 2013 ਦੇ ਵਿੱਚ ਭਾਰਤ ਸਰਕਾਰ ਨੇ ਸ਼ੁਰੂਆਤੀ ਬਚਪਨ ਦੇ ਵਿਕਾਸ ਵਿੱਚ ਨਿਵੇਸ਼ ਦੀ ਮਹੱਤਤਾ ਨੂੰ ਮਾਨਤਾ ਦੇਣ ਲਈ ਰਾਸ਼ਟਰੀ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ। ਤਾਂ ਇਹਦੇ ਵਿੱਚ ਜਿਹੜਾ ਮੰਨਦੇ ਆ ਰਾਜੇ, ਯੂਨੈਸਕੋ ਮੰਨਦੀ ਹੈ 0 ਤੋਂ ਲੈ ਕੇ 8 ਸਾਲ ਦੀ ਉਮਰ ਮੰਨਦੀ ਹੈ। ਠੀਕ ਹੈ, ਪਰ ਇੰਡੀਆ ਦੇ ਵਿੱਚ ਉਹ 0 ਤੋਂ 6 ਸਾਲ ਮੰਨਦੇ ਆਪਾਂ। ਤਾਂ ਜਿਸ ਵਿੱਚ ਕੀ ਕੀਤਾ ਜਾਂਦਾ ਰਾਜੇ, ਸ਼ੁਰੂਆਤੀ ਬਚਪਨ ਦੀ ਸਿੱਖਿਆ ਕੀ ਹੈ, ਸ਼ਾਮਲ ਹੈ। ਠੀਕ ਹੈ, अर्ਲੀ ਚਾਈਲਡਹੁੱਡ ਐਜੂਕੇਸ਼ਨ। ਠੀਕ ਹੈ ਜੀ, ਜਿਹਨੂੰ ਆਪਾਂ ਪ੍ਰੀ ਸਕੂਲ ਐਜੂਕੇਸ਼ਨ ਬੋਲ ਦਿੰਦੇ ਆ। ਇਹ ਬੇਸਿਕਲੀ ਹੈ ਕੀ ਹੈ ਰਾਜੇ, ਇੱਕ ਤਰ੍ਹਾਂ ਦਾ ਆਪਣਾ ਜਿਹੜਾ ਇਹ ਰਾਸ਼ਟਰੀ
पाठक्रम फ्रेमवर्क है जिहदे विच क्वालिटी स्टैंडर्ड नीति की है भरपूर है। तो कहने का मतलब कि एक स्टैंडर्डाइज है, ये सरकार वालों की है प्रॉपर की है स्टाफ रखा जाता है, जिवें हुण तुहाडे सुपरवाइजर की हो रही है रिक्रूटमेंट हो रही है, तो ये अधीन ही हुंदा सारा कुछ। नैक्सट आप अंग्रेजी के लिखा गया राजे, अंग्रेजी के भी पढ़ सकते हो। इन 2013 द गवर्नमेंट ऑफ इंडिया अडॉप्ट द नैशनल अर्ली चाइल्डहुड केयर एंड एजुकेशन इज फुल फॉर्म पॉलिसी है ना, इनू की किया गया रिकॉग्नाइज दिता गया राजे। ये बेसिकली अर्ली चाइल्डहुड एजुकेशन की है मानता दी गई है। ठीक है, ये सारी गलबात आ जाती थोड़ी 2013 के। तो बेसिकली है कि राजे एक तरह का फ्रेमवर्क है, क्वालिटी स्टैंडर्ड है, पॉलिसी है जी कि हरेक स्टेट के गई है, लागू की गई है। हुण कहता एक ना सर्वे होया, कहता सर्वे के आधार पर आप की करते हैं, कहता जी 3 तो लैके 6 साल की उम्र के बच्चों का सर्वे होया। जे मैं गल करा राजे कहता 10 के विचों की है जो 8 बच्चे ने किहड़े प्रोग्राम के दाखिल ने, जिहड़ा ECCE, चाहे वो एक आंगनवाड़ी सेंटर की गल कर लीए, क्रैच की गल कर लीए। ठीक है, तो कहता जी स्टेट की है जिहड़ियां ये प्रोग्राम चल रहे हरेक स्टेट के विच, तो कहना मतलब बहुत ज़्यादा वड्डी रेशो जिहड़ी हैगी आ वो इहदे विच की है दाखला लै रही है। हुण जे मैं उत्तर प्रदेश की गल करा, उत्तर प्रदेश जिहड़ा यूपी है सब तो घट है पार्टिसिपेशन, वो हैगी 43.7। सब तो वध कित्थे राजे करनाटका। तो तुसीं ये पूछा जा सकता तुहानूं भी जिहड़ी ECE जिहड़े प्रोग्राम हैगा इहदे विच सब तो वध कित्थों के बच्चे पार्टिसिपेट कर रहे हैं, करनाटका के कर रहे हैं। परसेंटेज कितनी है 86, लगभग आप 87% कह सकते हैं। तो जे सब तो घट किहड़े हैगे राजे उत्तर प्रदेश के, कितना कह सकते हैं 44% कह सकते हैं। एक अंकड़ा है राजे, मैं अपने वालों नहीं बोल रहा, एक रिपोर्ट कह रही है ये। ठीक है, तो सेम अंग्रेजी के भी लिखा गया राजे थोड़े सामने। तो ये है 3 तो लैके 6 साल की उम्र के बच्चे है अनरोल्ड होंगे है इस प्रोग्राम के विच। ते सब तो घट है उत्तर प्रदेश, सब तो वध है जी करनाटका। थोड़ा परसेंटेज मैं नाल लिखती है। हुण आपां गल करते हैं मेजर किहड़े प्रोग्राम चलाउंदी है जिहड़ी अर्ली चाइल्डहुड केयर एजुकेशन इंडिया दे विच किहड़े प्रोग्राम चलाउंदी है। कहता गल करते हैं जी आपां आर्टिकल 39 की गल करिए अपने संविधान दे विच, अपना संविधान की प्रदान करता है। कहता निर्देश दिंदा राज्य सरकारां नूं भी तुसीं एक ना ये चीज़ यकीनी बनाउणी है अपनी हरेक स्टेट दे विच ये नीति लागू करनी है कि बच्चों नूं एक सेहतमंद ढंग दे नाल अते आज़ादी दे नाल सन्मान दे नाल विकास करने का मौका दिता जाए। कहने का मतलब हरेक स्टेट के विच पॉलिसी लागू की जाऊगी किसी ना किसी वक्रे वक्रे ढंग दे विच। ये सारियां सहूलतां प्रदान कीतियां जाणगियां किहदे विचों, स्टेट वालों, किनूं, बच्चों नूं। ठीक है, ये आर्टिकल 39 कह रहा है। तो कहना जी शुरुआती सालों के बच्चों के बचाव वास्ते सेहत पोषण देखभाल सिक्ख्या नूं यकीनी बनाउण वास्ते समय समय ते राष्ट्र राज ते जिला पद्धर ते वख-वख प्रोग्राम की है चलाए जाते हैं। ये सारा कुछ कौन करती है, सेंटर गवर्नमेंट करती है, पर स्टेट गवर्नमेंट नूं ऑर्डर करवा के। ठीक है जी, तो मतलब कि जिहड़ा मेन फंड आउंदा सेंटर गवर्नमेंट तो आउंदा, उस तो बाद जिहड़ा फंड आउंदा राजे इनू आउंदा है, इनू फंड कित्थों आउंदा है तुसीं मैनूं कमेंट कर सकते हो। मैं तुहानूं कल पढ़ाया सीगा किहड़ी संस्था फंड प्रोवाइड करती है। पहला उहदा नाम की सीगा, एमरजेंसी फंड प्रोवाइड करती सीगी, हुण उहदा नाम चेंज हो गया है। तो देखते हैं तुसीं किन्ने क ध्यान नाल वीडियो देखते हो, प्लीज़ कमेंट जरूर करियो कि जिहड़ा बच्चों वास्ते फंड प्रोवाइड करती है इंटरनेशनल संस्था वो किहड़ी है UNO दी। ठीक है, ये तुसीं मैनूं कमेंट करना है। हुण नैक्सट आपां देखते हैं राजे, इस दे विच आ सेम मैं जो पंजाबी च बोलिया राजे वो इंग्लिश दे विच लिखिया गया है कि आर्टिकल 39 द कॉन्स्टिट्यूशन ऑफ इंडिया प्रोवाइड दैट द स्टेट शैल डायरेक्ट द पॉलिसी टुवर्ड द इंश्योरिंग दैट द चिल्ड्रन आर गिवन अपॉर्चुनिटीज एंड फैसिलिटीज टू डिवेलप इन द हेल्थी मैनर। ठीक है, कहने का मतलब सेम वही गल कह रहा है कि हरेक स्टेट ने की करना है, इंश्योर करना है, इदां दी पॉलिसियां लॉन्च करनी है कि बच्चा आज़ादी दे नाल अपना विकास कर सके। ठीक है, उन्होंने प्रॉपर उहदा की है पोषण हो सके। चलो जी नैक्सट आप देखते हैं। हुण कहंदा जी जिहड़ा भारत सरकार हैगी राजे, हुण आपां इहदे विच सब तो पहली एक पॉलिसी बारे डिस्कस करन जा रहे हैं। हुण मेजर किहड़े प्रोग्राम होर चला रही है जिहड़ी अर्ली चाइल्डहुड केयर एजुकेशन है। सब तो पहला इहदे विच नंबर 1 ते आउंदी है राजे NPE, इसदी फुल फॉर्म याद रखनी है नैशनल पॉलिसी ऑन द एजुकेशन। ये 1986 दे विच मतलब कि सब तो फर्स्ट टाइम पंजाब इंडिया दे विच की आई सीगी पॉलिसी आई सीगी। हुण ये मैं ना एंड ते पढ़ाऊंगा भी इनू किहड़ा कमीशन लैके आया सीगा, उन्हें की रिपोर्ट सौंपी सीगी, ये भी बहुत इंपोर्टेंट है। पहले आप पॉलिसी के बारे पढ़ते हैं, सारे सिर्फ आप पॉलिसी के नाम पढ़ते हैं। भारत सरकार ने कहना जी अपने सारे नागरिकों की भलाई लई सिक्ख्या नूं उत्साहित करने लई 1986 दे विच की लैके आई सीगी राजे, नैशनल पॉलिसी लैके आई सीगी सिक्ख्या बारे राष्ट्रीय नीति लैके आई सी, जिन्होंने आपां NPE कह दिंदे आ। ठीक है जी, NPE की है नैशनल पॉलिसी ऑन एजुकेशन। ये नीति के तैयार की किया गया सीगा भी छोटे बच्चे हैगे है, छोटे बच्चे किहड़े 0 तो लैके 6 साल की उम्र वाले छोटे जिहड़े बच्चे हैगे राजे, उन्होंने की किया जाऊगा, उन्होंने उपर मतलब कि फोकस किया गया भी देश के जिहड़ी प्राइमरी सिक्ख्या है उन्होंने मजबूत किवें किया जाए।
ਉਹਨੂੰ ਮਜ਼ਬੂਤ ਕਰਨ ਵਾਸਤੇ ਕਿਹਦੇ ਅੰਡਰ ਮਤਲਬ ਕਿ ਕੰਮ ਕੀਤਾ ਜਾਂਦਾ ਰਾਜੇ? अर्ਲੀ ਚਾਈਲਡਹੁੱਡ ਕੇਅਰ ਐਜੂਕੇਸ਼ਨ ਜਿਹੜੀ ਆਪਣੀ ਸੰਸਥਾ ਹੈਗੀ ਹੈ ਉਹਦੇ ਨਾਲ ਮਿਲ ਕੇ ਕੰਮ ਕੀਤਾ ਜਾਂਦਾ ਹੈ। ਹੁਣ ਇਹਦੇ ਵਿੱਚ ਬੇਸਿਕਲੀ ਕੰਮ ਕੀ ਕਰਦੇ ਰਾਜੇ? ਜਿਵੇਂ ਬਾਲ ਸੈਂਟਰ ਹੋ ਗਏ, ਆਂਗਣਵਾੜੀਆਂ ਹੋ ਗਈਆਂ, ਪਲੇਵੇ ਹੋ ਗਏ, ਇਹ ਸਾਰੇ ਜਿਹੜੇ ਪ੍ਰੋਗਰਾਮ ਹੁੰਦੇ ਉਹਦੇ ਉੱਪਰ ਕੀ ਕਰਦੀ ਸਰਕਾਰ? ਕੀ ਕਰਦੀ? ਉਹਨੂੰ ਫੰਡ ਪ੍ਰੋਵਾਈਡ ਕਰਦੀ ਹੈ, ਉਤਸ਼ਾਹਿਤ ਕਰਦੀ ਹੈ, ਪਲੱਸ ਉਹਨਾਂ ਨੂੰ ਕੀ ਕਰਦੀ ਹੈ ਰਾਜੇ? ਕੰਟਰੋਲ ਕਰਦੀ ਹੈ। ਇਹ ਹੈਗੀ ਤੁਹਾਡੀ ਪਾਲਿਸੀ NPE 1986। ਇੰਗਲਿਸ਼ ਦੇ ਵਿੱਚ ਵੀ ਰਾਜੇ ਮੈਂ ਸੇਮ ਲਿਖਤੀ ਹੈ ਰਾਜੇ। ਇਹ ਗਵਰਨਮੈਂਟ ਆਫ ਇੰਡੀਆ ਦੀ ਕੀ ਹੈ? ਇੱਕ ਨੈਸ਼ਨਲ ਪਾਲਿਸੀ ਹੈ। ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ 1986 ਦੇ ਵਿੱਚ ਆਈ ਸੀਗੀ ਰਾਜੇ। ਬੇਸਿਕਲੀ ਇਹਦਾ ਕੰਮ ਕੀ ਸੀਗਾ? ਪ੍ਰਮੋਟ ਕਰਨਾ ਐਜੂਕੇਸ਼ਨ ਨੂੰ, ਕਿਹਦੇ ਵਿੱਚ? ਇੰਡੀਆ ਦੇ ਵਿੱਚ, ਕਿਉਂਕਿ ਉਸ ਟਾਈਮ ਤੇ ਲੋਕ ਹੀ ਇੰਨੇ ਅਵੇਅਰ ਨਹੀਂ ਸੀਗੇ, ਆਪਦੇ ਬੱਚਿਆਂ ਨੂੰ ਨਹੀਂ ਪੜਾਉਂਦੇ ਸੀਗੇ। ਤਾਂ ਇਹ ਕਿਹਦੇ ਅੰਡਰ ਕੰਮ ਕਰਦੀ ਹੈ ਰਾਜੇ? ਇਹ ECCE ਦੇ ਅੰਡਰ ਕੰਮ ਕਰਦੀ ਹੈ। ਠੀਕ ਹੈ। ਹੁਣ ਨੈਕਸਟ ਪਾਲਿਸੀ ਬਾਰੇ ਆਪਾਂ ਪੜ੍ਹਦੇ ਹਾਂ। ਨੈਕਸਟ ਪਾਲਿਸੀ ਜਿਹੜੀ ਹੈਗੀ ਹੈ ਰਾਜੇ ਉਹ ਹੈਗੀ ਤੁਹਾਡੀ ਨੈਸ਼ਨਲ ਨਿਊਟ੍ਰੀਸ਼ਨ ਪਾਲਿਸੀ 1993, ਜਿਹਨੂੰ ਆਪਾਂ ਪੋਸ਼ਣ ਦੀ ਗੱਲ ਕਰਦੇ ਹਾਂ। ਤੁਹਾਨੂੰ ਮੈਂ ਦੱਸਿਆ ਸੀਗਾ ਵੀ ਇੰਡੀਆ ਦੇ ਵਿੱਚ ਪੋਸ਼ਣ ਦੀ ਬਹੁਤ ਜ਼ਿਆਦਾ ਕੀ ਹੈ? ਪ੍ਰੋਬਲਮ ਹੈ, ਜਿਹਨੂੰ ਆਪਾਂ ਮਾਲ ਨਿਊਟ੍ਰੀਸ਼ਨ ਬੋਲ ਦਿੰਦੇ ਹਾਂ, ਕਿ ਬੱਚੇ ਨੂੰ ਪ੍ਰੋਪਰ ਸਿਹਤਮੰਦ ਖਾਣਾ ਨਹੀਂ ਮਿਲਦਾ। ਇਹਦੇ ਵਿੱਚ ਜਿਹੜਾ ਮਜ਼ਦੂਰ ਵਰਗ ਆ ਜਾਂਦਾ, ਪ੍ਰਵਾਸੀ ਮਜ਼ਦੂਰ ਜਿਹੜੇ ਆਪਣੇ ਇੰਡੀਆ ਪੰਜਾਬ ਦੇ ਵਿੱਚ ਕੰਮ ਕਰਨ ਆਉਂਦੇ ਆ, ਉਹਨਾਂ ਵਿੱਚ ਇਹ ਬਹੁਤ ਪਾਇਆ ਜਾਂਦਾ ਹੈ, ਕਿਉਂਕਿ ਉਹਨਾਂ ਵਿਚਾਰਿਆਂ ਕੋਲ ਪ੍ਰੋਪਰ ਪੈਸਾ ਨਹੀਂ ਹੁੰਦਾਗਾ, ਫੰਡ ਨਹੀਂ ਹੁੰਦਾ ਜਿਹਦੇ ਨਾਲ ਆਪਣੇ ਬੱਚੇ ਦੀ ਕੀ ਕਰ ਸਕਣ? ਉਹ ਦੇਖਭਾਲ ਕਰ ਸਕਣ। ਤਾਂ ਸਰਕਾਰ ਉੱਥੇ ਕੀ ਕਰਦੀ ਹੈ ਰਾਜੇ? ਇੱਕ ਪਾਲਿਸੀ ਲੈ ਕੇ ਆਈ ਸੀਗੀ 1993 ਦੇ ਵਿੱਚ, ਰਾਸ਼ਟਰੀ ਪੋਸ਼ਣ ਨੀਤੀ। ਕਹਿੰਦਾ ਜੀ ਬੱਚਿਆਂ ਦੇ ਸੰਪੂਰਨ ਵਿਕਾਸ ਵਾਸਤੇ ਉਹਨਾਂ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਜੇ ਮੰਨ ਲਓ ਸਿਹਤਮੰਦ ਨਹੀਂ ਹੋਣਗੇ, ਪ੍ਰੋਪਰ ਵਿਕਾਸ ਨਹੀਂ ਕਰਨਗੇ, ਤਾਂ ਕਹਿੰਦਾ ਜੀ ਇਹ ਨੀਤੀ ਭਾਰਤ ਸਰਕਾਰ ਦੁਆਰਾ ਦੇਸ਼ ਵਿੱਚ ਘੱਟ ਪੋਸ਼ਣ ਜਾਂ ਕੁਪੋਸ਼ਣ ਦੀ ਸਮੱਸਿਆ ਨਾਲ ਕੀ ਹੈ? ਨਜਿੱਠਣ ਵਾਸਤੇ ਤਿਆਰ ਕੀਤੀ ਗਈ ਸੀਗੀ, ਜਿਸ ਦਾ ਉਦੇਸ਼ ਕੀ ਹੈ ਰਾਜੇ? ਸਮਾਜ ਦੇ ਵਿੱਚ ਪੋਸ਼ਣ ਦੀ ਸਥਿਤੀ ਵਿੱਚ ਸੁਧਾਰ ਕਰਨਾ, ਬੱਚਿਆਂ ਦੀ ਜਿਹੜੀ ਡਾਈਟ ਹੈਗੀ ਉਹਦੇ ਵਿੱਚ ਸੁਧਾਰ ਕਰਨਾ ਇਹਦਾ ਮੇਨ ਮਕਸਦ ਸੀਗਾ। ਇਹਦੇ ਵਿੱਚ ਰਾਜੇ ਕੀ ਆ ਜਾਂਦਾ ਰਾਜੇ? ਇਹਨਾਂ ਵਿੱਚ ਉਹ ਮਾਵਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਵਿਕਾਸ ਵਾਸਤੇ, ਠੀਕ ਹੈ ਜੀ, ਪੋਸ਼ਣ ਵਾਸਤੇ ਸਹੀ ਜਾਣਕਾਰੀ ਦਿੱਤੀ ਜਾਂਦੀ ਹੈ। ਕਹਿਣ ਦਾ ਮਤਲਬ ਕੁਝ ਸੈਮੀਨਾਰ ਕੀਤੇ ਜਾਂਦੇ, ਰਾਜ ਸਰਕਾਰ ਵੱਲੋਂ ਠੋਸ ਉਪਰਾਲੇ ਕੀਤੇ ਜਾਂਦੇ ਆ। ਕਹਿਣ ਦਾ ਮਤਲਬ ਉਹਨਾਂ ਨੂੰ ਅਵੇਅਰਨੈਸ ਪ੍ਰੋਵਾਈਡ ਕੀਤੀ ਜਾਂਦੀ ਹੈ। ਠੀਕ ਹੈ। ਕਾਹਦੇ ਰਿਗਾਰਡਿੰਗ? ਕਈ ਵਾਰ ਤਾਂ ਮਾਵਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਆਪਣੇ ਬੱਚੇ ਨੂੰ ਖਵਾਉਣਾ ਕੀ ਹੈ, ਹਨਾ। ਹੁਣ ਇਹ ਤਾਂ ਨਹੀਂ ਹੈਗਾ ਵੀ ਲੇਜ਼ ਖਾ ਕੇ ਬੱਚਾ ਬਹੁਤ ਸਿਹਤਮੰਦ ਬਣ ਜਾਊਗਾ, ਦਾਰਾ ਸਿੰਘ ਬਣ ਜਾਊਗਾ। ਪ੍ਰੋਪਰ ਉਹਨੂੰ ਡਾਈਟ ਮਿਲਣੀ ਚਾਹੀਦੀ ਹੈ, ਕਿੰਨੀ ਮਾਤਰਾ 'ਚ ਉਹਨੂੰ ਪ੍ਰੋਟੀਨ ਮਿਲ ਰਿਹਾ, ਠੀਕ ਹੈ ਜੀ, ਉਹ ਕੀ ਕੁਝ ਖਾ ਰਿਹਾ, ਉਹਦੇ ਉੱਪਰ ਬਹੁਤ ਚੀਜ਼ ਡਿਪੈਂਡ ਕਰਦੀ ਹੈ। ਤਾਂ ਕਹਿਣ ਦਾ ਮਤਲਬ ਇਹ ਪਾਲਿਸੀ ਕੌਣ ਲੈ ਕੇ ਆਇਆ ਸੀਗਾ? ਇੰਡੀਅਨ ਗਵਰਨਮੈਂਟ ਲੈ ਕੇ ਆਈ ਸੀ। ਹਰ ਇੱਕ ਸਟੇਟ ਦੇ ਵਿੱਚ ਕੀ ਕੀਤੀ ਗਈ ਹੈ? ਲਾਗੂ ਕੀਤੀ ਗਈ। ਤਾਂ ਸੇਮ ਰਾਜੇ ਮੈਂ ਇੰਗਲਿਸ਼ ਦੇ ਵਿੱਚ ਵੀ ਲਿਖਿਆ ਗਿਆ, ਤੁਸੀਂ ਪਲੀਜ਼ ਇਹਦਾ ਸਕਰੀਨਸ਼ਾਟ ਲੈ ਸਕਦੇ ਆ। ਮੈਂ ਕੁਝ ਥੋੜੇ ਬਹੁਤੇ ਲਾਈਨਾਂ ਪੜ੍ਹ ਕੇ ਬੋਲ ਦਿੰਦਾ, ਬਾਕੀ ਤੁਸੀਂ ਸਕਰੀਨਸ਼ਾਟ ਲੈ ਲਿਓ। ਠੀਕ ਹੈ ਜੀ। ਬੇਸਿਕਲੀ ਕਹਿੰਦਾ ਜੀ ਜਿਹੜੀ ਹੈਲਥੀ ਨਿਊਟ੍ਰੀਸ਼ਨ ਵਾਸਤੇ ਜਿਹੜੀ ਇਹ ਪਾਲਿਸੀ ਆਈ ਸੀਗੀ, ਇਹ ਫਾਰਮੂਲੇਟ ਕੌਣ ਕਰਦਾ ਰਾਜੇ? ਗਵਰਨਮੈਂਟ ਆਫ ਇੰਡੀਆ ਕਰਦੀ ਹੈ। ਟੈਕਲ ਪ੍ਰੋਬਲਮ, ਠੀਕ ਹੈ, ਕਿਹੜੀ ਪ੍ਰੋਬਲਮ ਨੂੰ ਟੈਕਲ ਕਰਨ ਵਾਸਤੇ ਆਈ ਸੀਗੀ? ਮਾਲ ਨਿਊਟ੍ਰੀਸ਼ਨ, ਜਿਹਨੂੰ ਆਪਾਂ ਕੁਪੋਸ਼ਣ ਕਹਿ ਦਿੰਦੇ ਆ ਕੰਟਰੀ ਦੇ ਵਿੱਚ। ਠੀਕ ਹੈ ਜੀ। ਇਹ ਮਤਲਬ ਕਿ ਮਦਰਸ ਨੂੰ ਸਪੋਰਟ ਕਰਦਾ, ਮਦਰ ਨੂੰ ਪ੍ਰੋਪਰ ਜਾਣਕਾਰੀ ਦੇਣ ਵਾਸਤੇ, ਇਫੈਕਟਿਵ ਨਿਊਟ੍ਰੀਸ਼ਨ ਵਾਸਤੇ, ਗਰੋਥ ਕਿਵੇਂ ਚਿਲਡਰਨ ਦੀ ਹੋਊਗੀ ਉਹਦੇ ਬਾਰੇ ਕੰਸਰਨ ਕਰਨ ਵਾਸਤੇ ਸਟੇਟ ਪ੍ਰੋਗਰਾਮ, ਸਟੇਟ ਲੈਵਲ ਤੇ ਕੀ ਕੀਤੇ ਜਾਂਦੇ ਰਾਜੇ? ਤੁਹਾਡੇ ਕਾਉਂਸਲਿੰਗ ਕੀਤੀ ਜਾਂਦੀ ਹੈ ਜਾਂ ਸੈਮੀਨਾਰ ਵਗੈਰਾ ਕੀਤੇ ਜਾਂਦੇ ਆ। ਨੈਕਸਟ ਆਪਾਂ ਦੇਖਦੇ ਹਾਂ ਰਾਜੇ, ਇਸ ਤੋਂ ਬਾਅਦ ਜਿਹੜੀ ਪਾਲਿਸੀ ਆਈ ਸੀਗੀ ਉਹ ਸੀਗੀ ਨੈਸ਼ਨਲ ਪਾਲਿਸੀ ਫॉर ਚਿਲਡਰਨ NPC 2013। ਹੁਣ ਜਿਹੜੀ ਨੈਸ਼ਨਲ ਪਾਲਿਸੀ ਫॉर ਚਿਲਡਰਨ ਆਈ ਸੀ 2013 ਦੇ ਵਿੱਚ ਆਈ ਸੀ। ਬੇਸਿਕਲੀ ਇਹ 1974 ਦੀ ਪਾਲਿਸੀ ਹੈ, ਪਰ ਇਹਨੂੰ ਅਮੈਂਡਮੈਂਟ ਕੀਤਾ ਗਿਆ 2013 ਦੇ ਵਿੱਚ। ਤਾਂ ਇਹ ਜਿਹੜੀ ਮੇਨ ਪ੍ਰਫੁੱਲਿਤ ਹੋਈ ਸੀਗੀ ਜਾਂ ਜ਼ਿਆਦਾ ਸਕਸੈਸ ਹੋਈ ਸੀ ਉਹ 2013 ਚ ਹੋਈ ਸੀ, ਤਾਂ ਇਹਨੂੰ 2013 ਦੇ ਨਾਮ ਨਾਲ ਜਾਣਦੇ ਆ। ਕਹਿੰਦਾ ਜੀ ਭਾਰਤ ਸਰਕਾਰ ਨੇ ਬੱਚਿਆਂ ਦੀ ਭਲਾਈ ਵਾਸਤੇ 1974 ਦੇ ਵਿੱਚ ਪਹਿਲੀ NPC ਰਾਸ਼ਟਰੀ ਨੀਤੀ ਅਪਣਾਈ ਸੀਗੀ ਬੱਚਿਆਂ ਵਾਸਤੇ। ਕਹਿੰਦਾ ਜੀ ਇਸ ਨੀਤੀ ਨੂੰ ਦੇਸ਼ ਲਈ ਸਭ ਤੋਂ ਮਹੱਤਵਪੂਰਨ ਸੰਪत्ति ਮੰਨੀ ਜਾਂਦੀ। ਕੌਣ? ਬੱਚੇ। ਤੁਹਾਨੂੰ ਪਤਾ ਹੈ ਆਪਾਂ ਕਹਿ ਦਿੰਦੇ ਬੱਚੇ ਦੇਸ਼ ਦਾ ਭਵਿੱਖ ਨੇ। ਆਪਾਂ ਕਿਉਂ ਕਹਿੰਦੇ? ਕਿਉਂਕਿ ਇਹੀ ਵੱਡੇ ਹੋ ਕੇ ਨੌਜਵਾਨ ਬਣਦੇ ਆ, ਇਹਨਾਂ ਨੇ ਦੇਸ਼ ਦਾ ਵਿਕਾਸ ਕਰਨਾ ਹੁੰਦਾ। ਇਹਦੇ ਮਤਲਬ ਤਹਿਤ ਕੀ ਕੀਤਾ ਸੀਗਾ ਇਹਨਾਂ ਨੇ? ਇੱਕ ਗਵਰਨਮੈਂਟ ਆਫ ਇੰਡੀਆ 1974 ਨੂੰ ਕੀ ਲੈ ਕੇ ਆਈ ਸੀਗੀ? ਨੈਸ਼ਨਲ ਪਾਲਿਸੀ ਲੈ ਕੇ ਆਈ ਸੀ ਚਿਲਡਰਨ ਵਾਸਤੇ। ਪਰ 2013 ਦੇ ਵਿੱਚ ਕੀ ਕੀਤਾ ਗਿਆ? ਇਹਨੂੰ ਅਮੈਂਡਮੈਂਟ ਕੀਤਾ ਗਿਆ, ਸੰਸ਼ੋਧਿਤ ਕੀਤਾ ਗਿਆ। ਤਾਂ ਇਹਦੇ ਵਿੱਚ ਬੇਸਿਕਲੀ ਹੈ ਕੀ ਹੈ ਰਾਜੇ? ਸਿਹਤਮੰਦ ਬੱਚਿਆਂ ਦੀ ਸਿਹਤ ਵਾਸਤੇ, ਸੁਰੱਖਿਆ ਵਾਸਤੇ ਕੀ ਆਪਣੀ ਵਚਨ ਦਿੰਦੀ ਹੈ? ਕੌਣ? ਗਵਰਨਮੈਂਟ ਆਫ ਇੰਡੀਆ। ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੈ ਰਾਜੇ? ਥੋੜਾ ਸਿਹਤ ਹੋ ਗਿਆ, ਪੋਸ਼ਣ ਹੋ ਗਿਆ, ਵਿਕਾਸ ਹੋ ਗਿਆ, ਸੁਰੱਖਿਆ ਹੋ ਗਿਆ, ਸਿੱਖਿਆ ਹੋ ਗਈ, ਇਹਨੂੰ ਮੇਨ ਕੀ ਦਿੱਤੀ ਜਾਂਦੀ ਹੈ? ਤਰਜੀਹ ਦਿੱਤੀ ਜਾਂਦੀ ਹੈ। ਤਾਂ ਕਹਿਣ ਦਾ ਮਤਲਬ ਇਹ ਪਾਲਿਸੀ ਆਈ ਸੀ 1974 ਦੇ ਵਿੱਚ, ਅਮੈਂਡ ਹੋਈ ਹੈ 2013 ਦੇ ਵਿੱਚ। ਅੰਗਰੇਜ਼ੀ ਦੇ ਵਿੱਚ ਰਾਜੇ ਲਿਖਿਆ ਗਿਆ, ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ, ਬਾਕੀ ਮੈਂ ਬਾਰ-ਬਾਰ ਪੜ੍ਹ ਕੇ ਨਹੀਂ ਸੁਣਾਉਂਗਾ। ਠੀਕ ਹੈ, ਸਕਰੀਨਸ਼ਾਟ ਲੈ ਲਿਓ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਰਾਜੇ, ਇਸ ਤੋਂ ਬਾਅਦ ਜਿਹੜੀ ਪਾਲਿਸੀ ਆਈ ਹੈ ਉਹ ਹੈਗੀ ਹੈ ਜੀ ਨੈਸ਼ਨਲ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪਾਲਿਸੀ 2013। ਇਹ ਤੁਹਾਨੂੰ ਮੈਂ ਜਿਹੜੀ ਦੱਸੀ ਹੈ, ਦੇਖੋ ਆ ਪਈ ਹੈ ਨਾ ECCE, ਇਹਦੀ ਗੱਲ ਕਰਦਾ ਹੈ। ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਵੀ ਪੜ੍ਹਾਈ ਸੀ ਰਾਜੇ। ਭਾਰਤ ਸਰਕਾਰ ਨੇ 2013 ਦੇ ਵਿੱਚ ਰਾਸ਼ਟਰੀ, ਠੀਕ ਹੈ ਜੀ, अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਨੀਤੀ ਨੂੰ ਮਨਜ਼ੂਰੀ ਦਿੱਤੀ ਸੀਗੀ। ਬੇਸਿਕਲੀ ਪਹਿਲਾਂ ਕੀ ਸੀਗਾ? ਪਹਿਲਾਂ ਨੂੰ ਪ੍ਰੋਪਰ ਮਤਲਬ ਕਿ ਇੱਕ ਸਹੀ ਢੰਗ ਨਾਲ ਨਹੀਂ ਲੈ ਕੇ ਆਏ ਸੀਗੇ, ਬਾਅਦ 'ਚ ਇਹਨਾਂ ਨੇ ਹੱਥ ਮਿਲਾ ਲਿਆ ਸੀਗਾ UNO ਨਾਲ। ਠੀਕ ਹੈ। ਤਾਂ ਇਹ ਪ੍ਰੋਗਰਾਮ ਨੂੰ ਕੀ ਕੀਤਾ ਗਿਆ? ਲਾਗੂ ਕੀਤਾ ਗਿਆ। ਇਹਦੇ ਆਉਣ ਨਾਲ ਕੀ ਹੋ ਗਿਆ ਰਾਜੇ? ਇੱਕ ਨਵਾਂ ਮਤਲਬ ਕਿ ਸਟਰਕਚਰ ਮਿਲਿਆ ਪ੍ਰੀ ਸਕੂਲ ਐਜੂਕੇਸ਼ਨ ਨੂੰ। ਇਹਦੇ ਵਿੱਚ ਕੀ ਹੈ ਰਾਜੇ? 6 ਤੋਂ ਲੈ ਕੇ 8 ਸਾਲ ਦੀ ਉਮਰ। ਤੁਹਾਨੂੰ ਮੈਂ ਦੱਸਿਆ ਕਿ ਉਮਰ ਵੈਰੀ ਕਰਦੀ ਆ ਕੰਟਰੀ ਟੂ ਕੰਟਰੀ।
ਤਾਂ 6 ਤੋਂ ਲੈ ਕੇ 8 ਸਾਲ ਦੀ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਬਚਪਨ ਦੀ ਸਿੱਖਿਆ ਕੀ ਕੀਤੀ ਜਾਂਦੀ ਹੈ, ਪ੍ਰੋਵਾਈਡ ਕੀਤੀ ਜਾਂਦੀ ਹੈ। ਇਹਦੇ ਵਾਸਤੇ ਸਰਕਾਰ ਕੀ ਹੈ, ਵਚਨਬੱਧ ਹੈ। ਠੀਕ ਹੈ ਜੀ, ਇਹਨੂੰ ਆਪਾਂ ਕਹਿ ਦਿੰਦੇ ਹਾਂ ਰਾਸ਼ਟਰੀ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪਾਲਿਸੀ 2013। ਹੁਣ ਨੈਕਸਟ ਗੱਲ ਕਰਦੇ ਹਾਂ, ਇਸ ਤੋਂ ਬਾਅਦ ਇੱਕ ਆਇਆ ਸੀ ਆਪਣਾ NHM। ਇਹਦੀ ਫੁੱਲ ਫਾਰਮ ਬਹੁਤ ਪੁੱਛੀ ਜਾਂਦੀ ਹੈ, ਇਹਨੂੰ ਕਹਿ ਦਿੰਦੇ ਆ ਨੈਸ਼ਨਲ ਹੈਲਥ ਮਿਸ਼ਨ। ਜਿਹੜਾ ਨੈਸ਼ਨਲ ਹੈਲਥ ਮਿਸ਼ਨ ਸੀ ਰਾਜੇ, ਇੱਕ ਵਾਰੀ ਇਹ ਕੁਐਸਚਨ ਬਹੁਤ ਆਇਆ ਸੀਗਾ ਵੀ ਸ਼ੁਰੂ ਕਦੋਂ ਹੋਇਆ ਸੀ ਰਾਜੇ, 2005 ਦੇ ਵਿੱਚ ਹੋਇਆ ਸੀ ਸ਼ੁਰੂ। ਠੀਕ ਹੈ ਜੀ, ਬੇਸਿਕਲੀ ਕਹਿੰਦਾ ਜੀ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ ਅਤੇ ਰਾਸ਼ਟਰੀ ਸ਼ਹਿਰੀ ਸਿਹਤ ਮਿਸ਼ਨ, ਇਹ ਦੋਵੇਂ ਇਹਦੇ ਅੰਦਰ ਕੀ ਆ, ਕੰਬਾਈਨਡ ਕੀਤੇ ਗਏ ਆ। ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈਗਾ ਰਾਜੇ, ਇਹਦੇ ਵਿੱਚ ਜਿਹੜੇ ਸ਼ਹਿਰੀ ਮਿਸ਼ਨ ਹੈਗਾ ਤੇ ਜਿਹੜਾ ਪੇਂਡੂ ਮਿਸ਼ਨ ਹੈਗਾ ਉਹਨੂੰ ਮਿਕਸ ਕਰਕੇ ਇੱਕ ਨਵਾਂ ਮਿਸ਼ਨ ਤਿਆਰ ਕੀਤਾ ਗਿਆ, ਨੈਸ਼ਨਲ ਹੈਲਥ ਮਿਸ਼ਨ। ਹੁਣ ਇਹਦੇ ਵਿੱਚ ਕੀ ਆ, ਕਹਿੰਦਾ ਜੀ ਇਹਨੂੰ 2018 ਵਿੱਚ ਅੱਗੇ ਵਧਾਇਆ ਗਿਆ ਸੀਗਾ 2020 ਤੱਕ। ਪਹਿਲਾਂ ਇਹਦਾ ਟੀਚਾ ਕੀ ਸੀਗਾ, 2018 ਤੱਕ ਸੀਗਾ, ਪਰ ਇਹਨੂੰ 2020 ਤੱਕ ਅੱਗੇ ਵਧਾਤਾ ਸੀਗਾ। ਇਹਨੂੰ ਲਾਂਚ ਕਿਹਨੇ ਕੀਤਾ ਸੀਗਾ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ। ਇਹਦੇ ਵਿੱਚ ਮਤਲਬ ਕਿ ਮੰਤਰਾਲਾ ਕਿਹੜਾ ਕੰਮ ਕਰਦਾ ਹੈ, ਕਿਹੜਾ ਡਿਪਾਰਟਮੈਂਟ ਕੰਮ ਕਰਦਾ ਰਾਜੇ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੰਤਰਾਲਾ ਜਿਹੜਾ ਹੁੰਦਾ ਮਿਨਿਸਟਰੀ ਹੁੰਦੀ ਹੈ ਭਾਰਤ ਸਰਕਾਰ ਦੀ, ਉਹ ਕੰਮ ਕਰਦੀ ਹੈ ਕਿਹਦੇ ਅੰਡਰ, NHM ਦੇ ਅੰਡਰ। ਇਹਨਾਂ ਨੇ ਲਾਂਚ ਕੀਤੀ ਹੋਈ ਹੈ ਇਹ ਸਕੀਮ, ਇਹ ਯਾਦ ਰੱਖਣੀ ਹੈ ਤੁਸੀਂ। ਠੀਕ ਹੈ, ਪੁੱਛਿਆ ਜਾ ਸਕਦਾ ਤੁਹਾਨੂੰ। ਹੁਣ ਆਪਾਂ ਗੱਲ ਕਰਦੇ ਹਾਂ ਜੀ ਨੈਕਸਟ, ਅਗਲਾ ਜੀ ਆ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਰਾਜੇ, ਨੈਸ਼ਨਲ ਜਿਹੜਾ ਰੂਰਲ ਹੈਲਥ ਮਿਸ਼ਨ ਹੈਗਾ ਅਪ੍ਰੈਲ 2000 ਦੇ ਵਿੱਚ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਸਿਹਤ ਜ਼ਰੂਰਤਾਂ ਨੂੰ ਸੰਬੋਧਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਖਾਸ ਕਰਕੇ ਕਮਜ਼ੋਰ ਜਨਤਕ ਸਿਹਤ ਸੂਚਕਾਂ ਵਾਲੇ 18 ਰਾਜਾਂ ਤੇ ਧਿਆਨ ਕਰਕੇ। ਕਹਿਣ ਦਾ ਮਤਲਬ ਆਲ ਓਵਰ ਇੰਡੀਆ ਦੇ ਵਿੱਚ ਤਾਂ ਲਾਂਚ ਹੋਇਆ, ਪਰ ਉਹਦੇ ਵਿੱਚ ਜਿਹੜੀਆਂ 18 ਸਟੇਟਸ ਹੈਗੀਆਂ ਜ਼ਿਆਦਾ ਜਿਹੜੀਆਂ ਕਮਜ਼ੋਰ ਨੇ, ਜਿੱਥੇ ਕਿ ਬੱਚਿਆਂ ਉੱਪਰ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਜਾਂ ਉਹਨਾਂ ਦੀ ਹੈਲਥ ਜ਼ਿਆਦਾ ਕਮਜ਼ੋਰ ਹੈ, ਉੱਥੇ ਇਹ ਕੀਤਾ ਗਿਆ ਸੀਗਾ। ਹੁਣ ਕੁਐਸਚਨ ਕਈ ਵਾਰ ਇਹ ਪੁੱਛ ਲੈਂਦੇ ਆ ਵੀ ਜਿਹੜਾ NHM ਆਇਆ ਇਹ ਕਿਹੜੇ 5 ਈਅਰ ਪਲਾਨ ਦੇ ਅੰਡਰ ਆਇਆ ਰਾਜੇ, ਇਹ 12ਵੇਂ 5 ਈਅਰ ਪਲਾਨ ਦੇ ਅੰਡਰ ਆਇਆ। ਠੀਕ ਹੈ, ਤੁਸੀਂ ਪੜ੍ਹਦੇ ਹੋਵੋਗੇ ਨਾ 5 ਈਅਰ ਪਲਾਨ। 5 ਈਅਰ ਪਲਾਨ ਕੀ ਹੁੰਦੇ ਸੀ, ਪਹਿਲਾਂ ਗਵਰਨਮੈਂਟ ਇਹਨਾਂ ਪਾਲਿਸੀਜ਼ ਲੈ ਕੇ ਆਉਂਦੀ ਸੀਗੀ, ਜਿਵੇਂ ਮਤਲਬ ਕਿ 5-5 ਸਾਲ ਬਾਅਦ ਪਾਲਿਸੀ ਚੇਂਜ ਹੁੰਦੀ ਸੀਗੀ। ਠੀਕ ਹੈ ਜੀ, ਤਾਂ ਸਾਲ 2012 ਦੇ ਵਿੱਚ ਰਾਜੇ ਇਹਦੇ ਵਿੱਚ ਕੀ ਆ, ਸ਼ਹਿਰੀ ਖੇਤਰ ਹੋ ਗਏ ਤੁਹਾਡੇ ਤੇ ਜਿਹੜੇ ਆਪਣੇ ਪੇਂਡੂ ਹੋ ਗਏ, ਇਹ ਸਾਰਿਆਂ ਨੂੰ ਕੀ ਕੀਤਾ ਗਿਆ ਰਾਜੇ, ਕਵਰ ਕੀਤਾ ਗਿਆ। ਤਾਂ ਕਹਿੰਦਾ ਜੀ ਸਾਲ 2013 ਵਿੱਚ ਭਾਰਤ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਉਪ ਮਿਸ਼ਨ ਵਜੋਂ ਰਾਸ਼ਟਰੀ ਸ਼ਹਿਰੀ ਸਿਹਤ ਮਿਸ਼ਨ ਵੀ ਸ਼ੁਰੂ ਕੀਤਾ। ਤੁਹਾਨੂੰ ਮੈਂ ਅਗਲੀ ਸਲਾਈਡ ਵਿੱਚ ਦਿਖਾਉਣਾ ਰਾਜੇ, ਇਹਦੇ ਅੰਡਰ ਦੋਨੇ ਮਿਸ਼ਨ ਕੰਮ ਕਰਦੇ ਆ। ਕਿਹੜੇ ਕਿਹੜੇ ਮਿਸ਼ਨ ਕੰਮ ਕਰਦੇ ਆ ਤੁਹਾਨੂੰ ਮੈਂ ਦਿਖਾਉਣਾ। ਆ ਦੇਖੋ, ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਰਾਜੇ, ਇਹਦੇ ਅੰਡਰ ਕੀ ਆ ਜਾਂਦਾ, ਆਪਣੇ ਰੂਰਲ ਵੀ ਆ ਜਾਂਦਾ ਤੇ ਆਪਣਾ ਅਰਬਨ ਵੀ ਆ ਜਾਂਦਾ। ਹੁਣ ਜਿਹੜਾ ਰੂਰਲ ਸੀਗਾ ਰਾਜੇ ਉਹ 2005 ਦੇ ਵਿੱਚ ਸ਼ੁਰੂ ਹੋਇਆ ਸੀਗਾ। ਜਿਹੜਾ ਅਰਬਨ ਹੈਗਾ ਰਾਜੇ ਉਹ ਬਾਅਦ ਸ਼ੁਰੂ ਕੀਤਾ ਗਿਆ, ਕਿਉਂਕਿ ਪਿੰਡਾਂ ਵਿੱਚ ਜਿਹੜੀ ਸਥਿਤੀ ਸੀ ਜ਼ਿਆਦਾ ਕਮਜ਼ੋਰ ਸੀ, ਉਹ ਪਹਿਲਾਂ ਸ਼ੁਰੂ ਹੋ ਗਿਆ। ਅਰਬਨ ਜਿਹੜਾ ਹੁੰਦਾ ਆਪਣਾ ਜਿਵੇਂ ਸ਼ਹਿਰੀ ਇਲਾਕੇ ਹੋ ਗਏ, ਉਹ 2013 ਚ ਹੋਇਆ ਸੀਗਾ। ਪਰ ਇਹਨਾਂ ਦੋਵਾਂ ਨੂੰ ਕੀ ਕਰਤਾ ਰਾਜੇ, ਕੰਬਾਈਨ ਕਰਕੇ 2020 ਤੱਕ ਕੀ ਕੀਤਾ ਗਿਆ, ਮਤਲਬ ਵਧਾਇਆ ਗਿਆ। ਪਹਿਲਾਂ 2018 ਤੱਕ ਇਹਦਾ ਟੀਚਾ ਸੀਗਾ, ਪਰ ਹੁਣ ਵਧਾ ਕੇ 2020 ਤੱਕ ਕਰਤਾ ਸੀਗਾ। ਤੇ ਇਹ ਸੀਗਾ ਤੁਹਾਡਾ ਨੈਸ਼ਨਲ ਹੈਲਥ ਮਿਸ਼ਨ। ਠੀਕ ਹੈ ਜੀ, ਹੁਣ ਮਿਨਿਸਟਰੀ ਕਿਹੜੀ ਹੈਗੀ ਹੈ, ਠੀਕ ਹੈ, ਤੁਹਾਨੂੰ ਮੈਂ ਦੱਸ ਚੁੱਕਿਆ ਕਿਹਨੇ ਲਾਂਚ ਕੀਤਾ, ਇਹ ਦੱਸਤਾ। ਕਦੋਂ ਲਾਂਚ ਹੋਇਆ ਰਾਜੇ, 2005 ਦੇ ਵਿੱਚ ਹੋਇਆ। ਠੀਕ ਹੈ, ਨੈਕਸਟ ਚੱਲਦੇ ਹਾਂ ਜੀ ਆਪਾਂ। ਹੁਣ ਅੱਗੇ ਹੈਗਾ ਰਾਜੇ ਇੱਕ ਲਾਸਟ ਜਿਹੜੀ ਪਾਲਿਸੀ ਹੈਗੀ, ਜਿਹਨੂੰ ਆਪਾਂ ਕਹਿ ਦਿੰਦੇ ਆ ਇੰਡੀਅਨ ਨਿਊ ਬੋਰਨ ਐਕਸ਼ਨ ਪਲਾਨ। ਠੀਕ ਹੈ, 2014 ਦੇ ਵਿੱਚ ਇਹ ਆਇਆ ਸੀਗਾ ਨਿਊ ਬੋਰਨ ਐਕਸ਼ਨ ਪਲਾਨ। ਬੇਸਿਕਲੀ ਇਹਦੇ ਵਿੱਚ ਕੀ ਹੁੰਦਾ ਸੀਗਾ, ਕਈ ਬੱਚੇ ਜਿਵੇਂ ਹੁਣ ਸਮੇਂ ਤੋਂ ਪਹਿਲਾਂ ਕੀ ਹੋ ਜਾਂਦੇ ਆ ਰਾਜੇ, ਪੈਦਾ ਹੋ ਜਾਂਦੇ ਆ, ਉਹਨਾਂ ਨੂੰ ਪ੍ਰੋਪਰ ਕੀ ਮਿਲਦੀ ਆ ਉੱਥੇ, ਡਾਕਟਰੀ ਸਹੂਲਤ ਨਹੀਂ ਮਿਲਦੀ, ਕਈ ਮਰ ਜਾਂਦੇ ਸੀਗੇ ਇਹਦੇ ਵਿੱਚ ਬੱਚੇ, ਜਾਂ ਕਈਆਂ ਨੂੰ ਕੀ ਆ ਕੁਝ ਰੋਗ ਇਦਾਂ ਦੇ ਹੁੰਦੇ ਸੀਗੇ, ਅਪਾਹਿਜ ਹੋ ਜਾਂਦੇ ਸੀਗੇ। ਤਾਂ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਕਰਨ ਵਾਸਤੇ ਇਹ ਆਇਆ ਸੀ ਆਪਣੇ ਕੋਲ, ਜਿਹਨੂੰ ਆਪਾਂ ਕਹਿੰਦੇ ਨੇ ਭਾਰਤ ਨਵ ਜੰਮੇ ਐਕਸ਼ਨ ਪਲਾਨ, ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਾਂਗੇ ਇੰਡੀਅਨ ਨਿਊ ਬੋਰਨ ਐਕਸ਼ਨ ਪਲਾਨ। ਕਹਿੰਦਾ ਜੀ ਦੇਸ਼ ਦੇ ਵਿੱਚ ਰੋਕਥਾਮ ਨਵ ਜੰਮੇ ਮੌਤਾਂ ਵਾਸਤੇ, ਜਿਵੇਂ ਹੁਣ ਕਈ ਬੱਚੇ ਪ੍ਰੋਪਰ ਉਹਨਾਂ ਨੂੰ ਕੀ ਆ ਡਾਕਟਰ ਨਹੀਂ ਮਿਲਦੇਗੇ, ਪ੍ਰੋਪਰ ਸਰਵਿਸਿਜ਼ ਨਹੀਂ ਮਿਲਦੀ, ਤਾਂ ਉਹਨਾਂ ਦੀ ਜਿਹੜੀ ਮੌਤ ਦਰ ਹੈਗੀ ਉਹਨੂੰ ਘਟਾਉਣ ਵਾਸਤੇ 2014 ਦੇ ਵਿੱਚ ਲਾਂਚ ਕੀਤਾ ਗਿਆ ਸੀਗਾ। ਇਹਦੇ ਵਿੱਚ ਜਿਹੜੇ 6 ਚੀਜ਼ਾਂ, ਮਤਲਬ 6 ਪਾਲਿਸੀਆਂ ਜਾਂ 6 ਥੰਮ ਕਹਿ ਸਕਦੇ ਆ। ਕਿਹੜੇ ਕਿਹੜੇ ਥੰਮ ਨੇ ਰਾਜੇ ਉਹਦੇ ਵਿੱਚ, ਸਭ ਤੋਂ ਪਹਿਲਾਂ ਉਹਦੇ ਵਿੱਚ ਇਹ ਕੀਤਾ ਗਿਆ, ਇੰਸ਼ੋਰ ਕੀਤਾ ਗਿਆ ਵੀ ਗਰਭ ਤੋਂ ਪਹਿਲਾਂ ਅਤੇ ਜਨਮ ਤੋਂ ਪਹਿਲਾਂ ਦੀ ਦੇਖਭਾਲ। ਹੁਣ ਜਿਵੇਂ ਮੰਨ ਲਓ ਕੋਈ ਮਦਰ ਪ੍ਰੈਗਨੈਂਟ ਹੁੰਦੀ ਹੈ ਰਾਜੇ, ਤਾਂ ਜਿਹੜੀ ਪ੍ਰੈਗਨੈਂਟ ਹੋਣ ਤੋਂ ਲੈ ਕੇ 9 ਮਹੀਨੇ ਦੇ ਵਿਚਕਾਰ ਜਿਹੜੀ ਦੇਖਭਾਲ ਹੈਗੀ ਹੈ ਬੱਚੇ ਦੀ, ਉਹ ਕਿਵੇਂ ਕਰਨੀ ਹੈ ਉਹਦੇ ਬਾਰੇ। ਠੀਕ ਹੈ, ਲੇਬਰ ਅਤੇ ਜਨੇਪੇ ਦੇ ਦੌਰਾਨ ਦੇਖਭਾਲ। ਹੁਣ ਜੇ ਮੰਨ ਲਓ ਜਦੋਂ ਬੱਚਾ ਡਿਲੀਵਰੀ ਹੁੰਦੀ ਹੈ ਲੇਡੀਜ਼ ਦੀ, ਉਸ ਦੌਰਾਨ ਕੀ ਉਹਨੂੰ ਖਿਆਲ ਰੱਖਣਾ, ਕਿਵੇਂ ਦੀ ਦੇਖਭਾਲ ਹੋਣੀ ਆ ਉਹਦੇ ਰਿਗਾਰਡਿੰਗ। ਤੁਰੰਤ ਜਦੋਂ ਬੱਚਾ ਪੈਦਾ ਹੋ ਗਿਆ ਉਹਦੀ ਕਿਵੇਂ ਦੇਖਭਾਲ ਕਰਨੀ ਨਵੇਂ ਜੰਮੇ ਬੱਚੇ ਦੀ। ਠੀਕ ਹੈ ਜੀ, ਉਹਦੀ ਸਿਹਤਮੰਦ ਕਿਵੇਂ ਹੋਊਗਾ ਬੱਚਾ, ਕਿਹੜੇ ਕਿਹੜੇ ਟੀਕੇ ਚਾਹੀਦੇ ਉਹਨੂੰ। ਠੀਕ ਹੈ, ਛੋਟੇ ਬੱਚੇ ਨੂੰ ਕਹਿੰਦਾ ਬਿਮਾਰ ਹੈ ਤੇ ਨਵਜੰਮੇ ਬੱਚਿਆਂ ਦੀ ਦੇਖਭਾਲ। ਹੁਣ ਕਈ ਬੱਚੇ ਬਿਮਾਰ ਪੈਦਾ ਹੁੰਦੇ ਆ ਰਾਜੇ, ਜਾਂ ਛੋਟੇ ਬੱਚੇ ਜਿਹੜੇ ਉਹਨਾਂ ਦੀ ਦੇਖਭਾਲ ਕਿਵੇਂ ਕੀਤੀ ਜਾਊਗੀ। ਤੇ ਨਵਜੰਮੇ ਬੱਚੇ ਬਚਾਅ ਤੋਂ ਪਰੇ ਦੇਖਭਾਲ। ਕਹਿਣ ਦਾ ਮਤਲਬ ਕਿ ਜਿਹੜਾ ਬੱਚਾ ਜੰਮਿਆ ਹੈ ਉਹਦੇ ਬਚਾਅ ਵਾਸਤੇ, ਕਹਿਣ ਦਾ ਮਤਲਬ ਉਹਨੂੰ ਇਨਫੈਕਸ਼ਨ ਤੋਂ ਕਿਵੇਂ ਬਚਾਉਣਾ ਹੈ, ਬਿਮਾਰੀਆਂ ਤੋਂ ਕਿਵੇਂ ਬਚਾਉਣਾ, ਉਹਦੇ ਰਿਗਾਰਡਿੰਗ। ਤੇ ਇਹ ਸਾਰੇ ਕਿਹਦੇ ਅੰਡਰ ਕਵਰ ਕਰਦੇ ਰਾਜੇ, ਤੁਹਾਡੇ ਨਿਊ ਬੋਰਨ ਐਕਸ਼ਨ ਪਲਾਨ ਜਿਹੜਾ ਹੈਗਾ। ਇਹ ਜਿਹੜਾ ਪਲਾਨ ਮੈਂ ਵਿੱਚ ਬੋਲ ਕੇ ਹਟਿਆ ਤੁਹਾਨੂੰ, ਨਿਊ ਬੋਰਨ ਐਕਸ਼ਨ ਪਲਾਨ, ਇਹਦੇ ਅੰਡਰ ਕਵਰ ਕਰਦੇ ਸਾਰਾ ਕੁਝ। ਠੀਕ ਹੈ ਜੀ, ਇਹਦੇ ਵਿੱਚ ਐਂ ਕਹਿ ਲਓ ਵੀ ਮਾਵਾਂ ਦੀ ਦੇਖਭਾਲ ਵੀ ਆ ਗਈ ਤੇ ਬੱਚਿਆਂ ਦੀ ਵੀ ਆ ਗਈ।
ਜਾਂ ਆਪਾਂ ਕਹਿ ਸਕਦੇ ਹਾਂ ਬੱਚੇ ਦੇ ਜੰਮਣ ਤੋਂ ਲੈ ਕੇ ਉਹਦੇ ਮਤਲਬ ਕਿ ਪੈਦਾ ਹੋਣ ਤੱਕ, ਮਤਲਬ ਕਿ ਜਦੋਂ ਉਹ ਆਪਦੀ ਮਦਰ ਦੇ ਪੇਟ ਦੇ ਵਿੱਚ ਸੀਗਾ, ਉਹਦੀ ਦੇਖਭਾਲ ਦੇ ਅੰਡਰ ਆ ਜਾਂਦੀ ਹੈ। ਤਾਂ ਆ ਸਾਰਾ ਕੁਝ ਰਾਜੇ ਤੁਹਾਡੇ ਸਾਹਮਣੇ ਮੈਂ ਲਿਖਿਆ ਗਿਆ, ਜੋ ਮੈਂ ਪੰਜਾਬੀ ਚ ਬੋਲਿਆ ਹੁਣੇ ਉਹ ਇੰਗਲਿਸ਼ ਦੇ ਵਿੱਚ ਲਿਖਿਆ ਗਿਆ। ਹੁਣ ਲਾਸਟ ਦੇ ਵਿੱਚ ਤੁਹਾਨੂੰ ਮੈਂ ਪੜ੍ਹਾ ਰਿਹਾ ਰਾਜੇ ਕਥੂਰੀ ਮਿਸ਼ਨ ਪੜ੍ਹਾ ਰਿਹਾ। ਕਥੂਰੀ ਮਿਸ਼ਨ ਮੈਂ ਤੁਹਾਨੂੰ ਪਾਲਿਸੀ ਪੜ੍ਹਾ ਕੇ ਗਿਆ ਨਾ, ਨੈਸ਼ਨਲ ਪਾਲਿਸੀ 1986 ਵਾਲੀ, ਉਹਦੇ ਉੱਪਰ ਇੱਕ ਕਥੂਰੀ ਮਿਸ਼ਨ ਦੀ ਗੱਲ ਕਰਦੇ ਆ, ਕਮਿਸ਼ਨ ਦੀ ਗੱਲ ਕਰਦੇ ਆ। ਜਿਹੜੀ ਆਪਣੀ ਪਾਲਿਸੀ ਆਈ ਸੀ ਰਾਜੇ, ਰਾਸ਼ਟਰੀ ਸਿੱਖਿਆ ਕਮਿਸ਼ਨ ਆਇਆ ਸੀ ਇੱਕ ਆਪਣੇ 1964 ਤੋਂ ਲੈ ਕੇ 1966 ਤੱਕ ਆਇਆ ਸੀਗਾ, ਜਿਹਨੂੰ ਕੀ ਕਹਿ ਦਿੰਦੇ ਰਾਜੇ ਕਠੋਰੀ ਕਮਿਸ਼ਨ ਕਹਿ ਦਿੰਦੇ ਆ। ਬੇਸਿਕਲੀ ਕਮਿਸ਼ਨ ਦਾ ਮਤਲਬ ਹੁੰਦਾ ਇੱਕ ਸੰਸਥਾ ਕਹਿ ਦਿੰਦੇ, ਇੱਕ ਕਮੇਟੀ ਕਹਿ ਦਿੰਦੇ, ਜਿਹਦੇ ਵਿੱਚ ਕੀ ਹੁੰਦਾ ਇੱਕ ਹੈੱਡ ਮੈਂਬਰ ਹੁੰਦਾ, ਬਾਕੀ ਸਾਰੇ ਕੀ ਹੁੰਦੇ ਮੈਂਬਰ ਹੁੰਦੇ ਆ, ਜਿਨ੍ਹਾਂ ਦਾ ਕੰਮ ਕੀ ਹੁੰਦਾ ਸਰਵੇ ਕਰਨਾ ਹੁੰਦਾ ਹੈ, ਫਿਰ ਉਹ ਕੋਈ ਪਾਲਿਸੀ ਲਾਗੂ ਕਰਨੀ ਹੁੰਦੀ ਹੈ। ਕਹਿੰਦਾ ਜੀ ਭਾਰਤ ਸਰਕਾਰ ਦੁਆਰਾ ਭਾਰਤ ਵਿੱਚ ਵਿਦਿਅਕ ਖੇਤਰ ਦੇ ਸਾਰੇ ਪਹਿਲੂਆਂ ਦੀ ਜਾਂਚ ਕਰਨਾ, ਸਿੱਖਿਆ ਦੇ ਇੱਕ ਆਮ ਪੈਟਰਨ ਨੂੰ ਵਿਕਸਿਤ ਕਰਨਾ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਸਲਾਹ ਦੇਣ ਲਈ ਇੱਕ ਗਠਿਤ ਕੀਤਾ ਗਿਆ ਇੱਕ ਅਡਹੌਕ ਕਮਿਸ਼ਨ ਸੀਗਾ। ਅਡਹੌਕ ਕਮਿਸ਼ਨ ਦਾ ਮਤਲਬ ਕੀ ਹੁੰਦਾ ਕਿ ਪਰਮਾਨੈਂਟ ਕਮਿਸ਼ਨ ਨਹੀਂ ਸੀਗਾ, ਮਤਲਬ ਕਿ ਕੁਝ ਦੇਰ ਵਾਸਤੇ 2-3 ਸਾਲਾਂ ਵਾਸਤੇ ਕੀ ਕੀਤਾ ਗਿਆ ਗਠਿਤ ਕੀਤਾ ਗਿਆ, ਜਿਹਦਾ ਕੰਮ ਕੀ ਸੀਗਾ ਸਿੱਖਿਆ ਦੇ ਵਿਕਾਸ ਲਈ ਨੀਤੀਆਂ ਨੂੰ ਲਾਗੂ ਕਰਨਾ ਸੀਗਾ। ਹੁਣ ਇਹਦੇ ਵਿੱਚ ਕੀ ਹੈ ਸਾਰੀ ਐਜੂਕੇਸ਼ਨ ਆ ਜਾਂਦੀ ਹੈ। ਤਾਂ ਉਸ ਟਾਈਮ ਤੇ 14 ਜੁਲਾਈ 1964 ਨੂੰ ਕਹਿੰਦਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਜਿਹਨੂੰ ਆਪਾਂ ਯੂਜੀਸੀ ਕਹਿ ਦਿੰਦੇ ਆ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਜਿਹੜਾ ਕਿ ਯੂਨੀਵਰਸਿਟੀਆਂ ਨੂੰ ਗ੍ਰਾਂਟ ਪ੍ਰੋਵਾਈਡ ਕਰਦਾ ਇੱਕ ਕਮਿਸ਼ਨ ਹੈ। ਉਹਦੇ ਜਿਹੜੇ ਚੇਅਰਮੈਨ ਸੀਗੇ ਰਾਜੇ ਦੌਲਤ ਸਿੰਘ ਕੋਠਾਰੀ, ਉਹਨਾਂ ਨੂੰ ਕੀ ਬਣਾਇਆ ਗਿਆ, ਇਹਦਾ ਪ੍ਰਧਾਨ ਬਣਾਇਆ ਗਿਆ, ਤਾਂ ਇਹਨੂੰ ਕੀ ਕਹਿ ਦਿੰਦੇ ਆ ਕੋਠਾਰੀ ਕਮਿਸ਼ਨ ਕਹਿ ਦਿੰਦੇ ਆ। ਠੀਕ ਹੈ, ਯਾਦ ਰੱਖਣਾ ਇਹਦਾ ਹੈੱਡ ਕੌਣ ਸੀਗਾ, ਕੋਠਾਰੀ ਸੀਗਾ, ਦੌਲਤ ਸਿੰਘ ਕੋਠਾਰੀ। ਤਾਂ ਬੇਸਿਕਲੀ ਇਹ ਲੈ ਕੇ ਕੀ ਆਏ ਸੀ ਰਾਜੇ, ਨੈਸ਼ਨਲ ਐਜੂਕੇਸ਼ਨ ਕਮਿਸ਼ਨ ਸੀਗਾ। ਇਹ ਨੈਸ਼ਨਲ ਐਜੂਕੇਸ਼ਨ ਜਿਹੜੀ ਪਾਲਿਸੀ ਆਈ ਆਪਣੀ ਉਹਨੂੰ ਲੈ ਕੇ ਆਏ ਸੀਗੇ। ਹੁਣ ਅਗਲੀ ਗੱਲ ਕੀ ਯਾਦ ਰੱਖਣੀ ਹੈ ਰਾਜੇ, ਇਹ ਕਮਿਸ਼ਨ ਕੀ ਕਰਦਾ ਸੀਗਾ ਰਾਜੇ, ਇਹਦਾ ਉਦੇਸ਼ ਕੀ ਸੀਗਾ ਪ੍ਰਾਇਮਰੀ ਪੱਧਰ ਤੋਂ ਲੈ ਕੇ ਉੱਚ ਪੱਧਰ ਤੱਕ ਦੀ ਸਿੱਖਿਆ ਦੇ ਵਿਕਾਸ ਵਾਸਤੇ, ਠੀਕ ਹੈ ਜੀ, ਸਰਕਾਰ ਨੂੰ ਸਲਾਹ ਦੇਣਾ ਸੀਗਾ ਇਹਦਾ ਕੰਮ। ਠੀਕ ਹੈ, ਸਰਕਾਰ ਨੂੰ ਸਲਾਹ ਦੇਣੀ, ਸਿੱਖਿਆ ਪਾਲਿਸੀਜ਼ ਲਾਗੂ ਕਰਨੀਆਂ, ਪਰ ਇਹਦੇ ਵਿੱਚ ਮੈਡੀਕਲ ਅਤੇ ਕਾਨੂੰਨੀ ਅਧਿਐਨ ਦੇ ਕਮਿਸ਼ਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀਗਾ। ਠੀਕ ਹੈ ਜੀ, ਤਾਂ ਕਹਿਣ ਦਾ ਮਤਲਬ ਬਾਕੀ ਸਾਰੇ ਜਿਵੇਂ ਹੁਣ ਮੈਡੀਕਲ ਐਜੂਕੇਸ਼ਨ ਹੋ ਗਈ, ਲਾਅ ਦੀ ਐਜੂਕੇਸ਼ਨ ਹੋ ਗਈ, ਉਹ ਨਹੀਂ ਇਹਦੇ ਅੰਡਰ ਆਉਂਦੀ ਸੀਗੀ, ਬਾਕੀ ਸਾਰੀ ਐਜੂਕੇਸ਼ਨ ਇਹਦੇ ਅੰਡਰ ਆਉਂਦੀ ਸੀਗੀ। ਤਾਂ ਇਹ ਯਾਦ ਰੱਖਣਾ ਰਾਜੇ ਕਠੂਰੀ ਕਮਿਸ਼ਨ ਬਹੁਤ ਇੰਪੋਰਟੈਂਟ ਹੈ। ਇਹਦੀ ਬੁਨਿਆਦ ਕਈ 2 ਸਾਲ ਵਾਸਤੇ ਆਇਆ ਸੀ 1964 ਤੋਂ ਲੈ ਕੇ 1966 ਤੱਕ। ਬਾਅਦ ਦੇ ਵਿੱਚ ਇਹ ਕਮਿਸ਼ਨ ਨੇ ਕੀ ਕੀਤਾ 29 ਜੂਨ 1966 ਨੂੰ ਕੀ ਕੀਤੀ ਆਪਣੀ ਰਿਪੋਰਟ ਪੇਸ਼ ਕੀਤੀ। ਉਸ ਤੋਂ ਬਾਅਦ ਕੀ ਆ ਗਈ ਤੁਹਾਡੇ ਕੋਲੇ ਪਾਲਿਸੀ ਬਣ ਕੇ ਆ ਗਈ ਨੈਸ਼ਨਲ ਪਾਲਿਸੀ। ਠੀਕ ਹੈ ਜੀ, ਤਾਂ ਇਹ ਯਾਦ ਰੱਖ ਲੈਣਾ ਕਠੂਰੀ ਕਮਿਸ਼ਨ। ਤਾਂ ਇਹ ਸੀਗਾ ਜੀ ਰਾਜੇ ਅੱਜ ਦੀ ਵੀਡੀਓ, ਇਹ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ, ਪਲੀਜ਼ ਇਹਨੂੰ ਪੜ੍ਹ ਲਿਓ ਤੁਸੀਂ। ਠੀਕ ਹੈ ਜੀ, ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ। ਤਾਂ ਕਾਫੀ ਇੰਪੋਰਟੈਂਟ ਸੀਗਾ ਤੁਹਾਡਾ ਪ੍ਰੀ ਸਕੂਲ ਐਜੂਕੇਸ਼ਨ, ਤੇ ਇਹਦੇ ਵਿੱਚ ਮੈਂ ਸਭ ਕੁਝ ਕਰਵਾਤਾ। ਹੁਣ ਲਾਸਟ ਦੇ ਵਿੱਚ ਜਾਂਦੇ ਜਾਂਦੇ ਤੁਸੀਂ ਕਿੰਡਰਗਾਰਟਨ ਦਾ ਨਾਮ ਬਹੁਤ ਸੁਣਿਆ ਹੋਊਗਾ। ਕਿੰਡਰਗਾਰਟਨ ਬੇਸਿਕਲੀ ਕੀ ਹੈ ਰਾਜੇ, ਆਪਾਂ ਇਹ ਕਹਿ ਸਕਦੇ ਹਾਂ ਮਤਲਬ ਕਿ ਇੱਕ ਵਰਡ ਹੈ ਜਿਹੜਾ ਆਪਾਂ ਮਤਲਬ ਕਿ ਵੈਸੇ ਤਾਂ ਅੱਜ ਕੱਲ੍ਹ ਇਹ ਕੰਪਨੀ ਬਣ ਗਈ ਹੈ ਜਿਹੜੀ ਆਪਣੀ ਫਰੈਂਚਾਈਜ਼ ਦਿੰਦੀ ਹੈ, ਜਿਹੜੇ ਕਰੈਚ ਹੁੰਦੇ ਆ। ਬਸ ਕਿਸੇ ਟਾਈਮ ਤੇ ਇੱਕ ਵਰਡ ਜਿਹੜਾ ਸੀਗਾ ਇਹ ਸਿਰਫ ਇਹ ਡਿਸਕ੍ਰਾਈਬ ਕਰਦਾ ਸੀਗਾ ਜਿਹੜੀ ਆਪਾਂ ਪ੍ਰੀ ਸਕੂਲ ਐਜੂਕੇਸ਼ਨ ਹੁੰਦੀ ਹੈ ਬੱਚਿਆਂ ਦੀ ਕਰੈਚ ਦੇ ਵਿੱਚ, ਉਹਨੂੰ ਡਿਸਕ੍ਰਾਈਬ ਕਰਦਾ ਸੀ। ਇਹਨੂੰ ਕਿਹੜੇ ਬੰਦੇ ਨੇ ਚਲਾਇਆ ਸੀਗਾ, ਇਹਦਾ ਮਤਲਬ ਕੀ ਸੀਗਾ, ਕਿੱਥੇ ਸਟਾਰਟ ਹੋਇਆ ਸੀਗਾ। ਕਹਿੰਦਾ ਜੀ ਕਿੰਡਰਗਾਰਟਨ ਬੇਸਿਕਲੀ ਕੀ ਹੈ, ਕਹਿੰਦਾ ਘਰ ਤੋਂ ਸਕੂਲ ਦੇ ਵਿੱਚ ਤਬਦੀਲੀ ਦੇ ਹਿੱਸੇ ਵਜੋਂ ਖੇਡਣ, ਗਾਉਣ, ਗਤੀਵਿਧੀਆਂ ਜਿਵੇਂ ਕਿ ਡਰਾਇੰਗ ਕਰਨਾ, ਸਮਾਜਿਕ ਪ੍ਰਭਾਵ ਤੇ ਆਧਾਰਿਤ ਇੱਕ ਪ੍ਰੀ ਸਕੂਲ ਵਿਦਿਅਕ ਪਹੁੰਚ ਸੀਗੀ। ਕਹਿੰਦਾ ਮਤਲਬ ਤੁਸੀਂ ਦੇਖਿਆ ਹੋਊਗਾ ਘਰਾਂ ਦੇ ਵਿੱਚ ਜਿਵੇਂ ਇੱਕ ਕਮਰੇ ਦੇ ਵਿੱਚ ਆਪਾਂ ਕੀ ਕਰ ਲੈਂਦੇ ਆ, ਕੋਈ ਸਕੂਲ ਖੋਲ ਲੈਂਦੇ ਆ ਜਿਹਦੇ ਵਿੱਚ ਆਪਾਂ ਕੀ ਕਰਦੇ ਆ ਪ੍ਰੀ ਸਕੂਲ ਐਜੂਕੇਸ਼ਨ ਦਿੰਦੇ ਆ, ਜਿਵੇਂ ਡਰਾਇੰਗ ਕਰਨੀ ਸਿਖਾਉਣੇ ਆ ਬੱਚਿਆਂ ਨੂੰ, ਬੈਠਣਾ ਸਿਖਾਉਣੇ ਆ, ਖਾਣਾ ਸਿਖਾਉਣੇ ਆ, ਬੇਸਿਕ ਐਟੀਕੇਟ ਸਿਖਾਉਣੇ ਆ। ਉਹਨੂੰ ਕੀ ਕਰਦਾ ਹੈ, ਪਰਿਭਾਸ਼ਿਤ ਕਰਦਾ ਹੈ, ਉਹਨੂੰ ਡਿਸਕ੍ਰਾਈਬ ਕਰਦਾ ਹੈ। ਅੱਗੇ ਗੱਲ ਕਰਦੇ ਆ ਰਾਜੇ ਜਿਹੜੀਆਂ ਇਹ ਸੰਸਥਾਵਾਂ ਸੀਗੀਆਂ ਅਸਲ ਦੇ ਵਿੱਚ ਕਹਿੰਦਾ 18ਵੀਂ ਸਦੀ ਦੇ ਅੰਤ ਦੇ ਵਿੱਚ ਕਹਿੰਦਾ ਜੀ ਦੋ ਜਗ੍ਹਾ ਹੈਗੀਆਂ ਬਾਵੇਰੀਆ ਤੇ ਅਲਸੇਸ, ਇਹਦੇ ਵਿੱਚ ਇਹ ਬੱਚਿਆਂ ਦੇ ਵਾਸਤੇ ਬਣਾਈਆਂ ਗਈਆਂ ਸੀਗੀਆਂ। ਇਹ ਬੇਸਿਕਲੀ ਉਹਨਾਂ ਮਾਪਿਆਂ ਵਾਸਤੇ ਜਿਹੜੇ ਦੋਨੇ ਕਰੀ ਘਰਾਂ ਤੋਂ ਬਾਹਰ ਕੰਮ ਕਰਨ ਜਾਂਦੇ ਸੀਗੇ, ਤਾਂ ਉਹਦੇ ਵਿੱਚ ਬੱਚੇ ਦੀ ਦੇਖਭਾਲ ਵਾਸਤੇ ਕੋਈ ਹੈ ਨਹੀਂ ਸੀਗਾ, ਤਾਂ ਉਦੋਂ ਇਹ ਸਿਸਟਮ ਸ਼ੁਰੂ ਹੋਇਆ ਸੀਗਾ। ਠੀਕ ਹੈ ਜੀ, ਇਹਨੂੰ ਹੁਣ ਜਿਹੜਾ ਕਿੰਡਰਗਾਰਟਨ ਸ਼ਬਦ ਹੈਗਾ ਇਹਨੂੰ ਕੌਣ ਲੈ ਕੇ ਆਇਆ ਸੀ, ਜਰਮਨ ਦਾ ਇੱਕ ਬੰਦਾ ਹੈਗਾ ਰਾਜੇ ਫੈਡਰਿਕ ਫਰੋਬਲ। ਇਹ ਬਹੁਤ ਇੰਪੋਰਟੈਂਟ ਹੈ ਰਾਜੇ, ਮੋਸਟ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾ ਸਕਦਾ ਜਿਹੜੇ ਕਰੈਚ ਵਗੈਰਾ ਹੈਗੇ ਆ ਜਾਂ ਕਿੰਡਰਗਾਰਟਨ ਸ਼ਬਦ ਹੈਗਾ। ਹੁਣ ਕਿੰਡਰਗਾਰਟਨ ਇਹ ਨਹੀਂ ਸਮਝਣਾ ਕਿ ਸਕੂਲ ਦਾ ਨਾਮ ਹੈ, ਇੱਕ ਸ਼ਬਦ ਹੈ। ਇਹ ਸ਼ਬਦ ਕੀ ਡਿਸਕ੍ਰਾਈਬ ਕਰਦਾ ਆਪਾਂ ਨੂੰ, ਇੱਕ ਕਰੈਚ ਨੂੰ ਡਿਸਕ੍ਰਾਈਬ ਕਰਦਾ, ਪ੍ਰੀ ਸਕੂਲ ਐਜੂਕੇਸ਼ਨ ਨੂੰ ਡਿਸਕ੍ਰਾਈਬ ਕਰਦਾ। ਇਹਨੂੰ ਲੈ ਕੇ ਕੌਣ ਆਇਆ ਸੀਗਾ, ਫੈਡਰਿਕ ਫਰੋਬਲ ਲੈ ਕੇ ਆਇਆ ਸੀ, ਆਹ ਬੰਦਾ ਸੀਗਾ। ਠੀਕ ਹੈ, ਤਾਂ ਬੇਸਿਕਲੀ ਇਹ 2 ਜਗ੍ਹਾ ਸੀਗੀਆਂ ਜਿੱਥੇ ਇਹ ਸ਼ੁਰੂ ਹੋਇਆ ਸੀਗਾ। ਹੁਣ ਨੈਕਸਟ ਗੱਲ ਕਰਦੇ ਆ ਰਾਜੇ, ਬੇਸਿਕਲੀ ਇਹਦੇ ਵਿੱਚ ਤੁਹਾਨੂੰ ਮੈਂ ਦੱਸਤਾ ਰਾਜੇ ਕੌਣ ਲੈ ਕੇ ਆਇਆ ਸੀਗਾ, ਕਿੱਥੇ ਸ਼ੁਰੂ ਹੋਇਆ ਸੀਗਾ, ਇਹ ਤੁਹਾਨੂੰ ਮੈਂ ਦੱਸਤਾ। ਹੁਣ ਗੱਲ ਕਰਦੇ ਆ ਇਹਦੇ ਵਿੱਚ ਰਾਜੇ ਜਿਹੜਾ ਇਹ ਸ਼ਬਦ ਹੈਗਾ ਕਹਿੰਦਾ ਜੀ ਫੈਡਰਿਕ ਫਰੋਬਲ ਲੈ ਕੇ ਆਇਆ ਸੀਗਾ। ਇਹ ਕਹਿੰਦਾ ਜੀ ਸ਼ਬਦ ਜਿਹੜਾ ਹੈਗਾ ਅੱਜ ਕੱਲ੍ਹ ਬਹੁਤ ਸਾਰੇ ਦੇਸ਼ਾਂ ਵਿੱਚ 2 ਤੋਂ ਲੈ ਕੇ 6 ਸਾਲ ਦੀ ਉਮਰ ਦੇ ਬੱਚਿਆਂ ਲਈ ਵਿਭਿੰਨ ਵਿਦਿਅਕ ਸੰਸਥਾਵਾਂ ਅਤੇ ਸਿੱਖਣ ਦੇ ਸਥਾਨਾਂ ਦਾ ਵਰਣਨ ਕਰਦਾ ਹੈ। ਹੁਣ ਤੁਹਾਨੂੰ ਪਤਾ ਵੀ ਬਾਅਦ ਵਿੱਚ ਹੁਣ ਸ਼ਬਦ ਜਿਵੇਂ ਕਿੰਡਰਗਾਰਟਨ ਹੋ ਗਿਆ, ਇਹਨੂੰ ਆਪਾਂ ਕਰੈਚ ਵੀ ਕਹਿੰਦੇ ਆ, ਪ੍ਰੀ ਸਕੂਲ ਐਜੂਕੇਸ਼ਨ ਵੀ ਕਹਿੰਦੇ ਆ, ਆਂਗਣਵਾੜੀਆਂ ਵੀ ਕਹਿਣ ਲੱਗ ਗਏ ਆ। ਤਾਂ ਬੇਸਿਕਲੀ ਉਹਦਾ ਮਤਲਬ ਕੀ ਹੈ, ਸੇਮ ਹੀ ਹੈ ਕਿ ਇਹ ਜਿਹੜਾ ਸ਼ਬਦ ਹੈਗਾ ਵੱਖਰੀ ਵੱਖਰੀ ਸੰਸਥਾਵਾਂ ਨੂੰ ਕੀ ਕਰਦਾ, ਡਿਸਕ੍ਰਾਈਬ ਕਰਦਾ ਮੈਨੀ ਕੰਟਰੀਆਂ ਦੇ ਵਿੱਚ। ਤਾਂ ਜਿਵੇਂ ਹੁਣ ਮੰਨ ਲਓ ਕਿੰਡਰਗਾਰਟਨ ਹੋ ਗਿਆ, ਕਿੰਡਰਗਾਰਟਨ ਦੀ ਫਰੈਂਚਾਈਜ਼ ਲੈਂਦੇ ਲੋਕ, ਇੱਕ ਮਤਲਬ ਕਿ ਇੱਕ ਤਰ੍ਹਾਂ ਦੀ ਇੱਕ ਸਟੈਂਡਰਡ ਕੰਪਨੀ ਵੀ ਬਣ ਗਈ ਹੈ। ਠੀਕ ਹੈ, ਕਿੰਡਰਗਾਰਟਨ ਦੇ ਨਾਮ ਤੇ ਉੱਪਰ।
ਤਾਂ ਇਹ ਸਾਰੀ ਗੱਲਬਾਤ ਸੀਗੀ ਰਾਜੇ। ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਇਹ ਆਪਾਂ ਪ੍ਰੀ ਸਕੂਲ ਐਜੂਕੇਸ਼ਨ ਬਾਰੇ ਪੜ੍ਹਿਆ। ਪ੍ਰੀ ਸਕੂਲ ਐਜੂਕੇਸ਼ਨ ਹੁੰਦੀ ਕੀ ਹੈ ਰਾਜੇ, ਕਿੰਨੇ ਸਾਲ ਦੀ ਉਮਰ ਦਾ ਬੱਚਾ ਦੇ ਅੰਡਰ ਆਉਂਦਾ ਹੈ, ਪ੍ਰੀ ਸਕੂਲ ਹੁੰਦਾ ਕੀ ਹੈ, ਇਸ ਤੋਂ ਬਾਅਦ ਆਪਾਂ ਕਿਹੜੀਆਂ ਕਿਹੜੀਆਂ ਪਾਲਿਸੀਆਂ ਲਾਗੂ ਹੋਈਆਂ ਇੰਡੀਆ ਦੇ ਵਿੱਚ, ਤੇ ਕਿੰਡਰਗਾਰਟਨ ਜਿਹੜਾ ਸ਼ਬਦ ਹੈਗਾ ਕੌਣ ਲੈ ਕੇ ਆਇਆ ਸੀਗਾ, ਜਾਂ ਪ੍ਰੀ ਸਕੂਲ ਐਜੂਕੇਸ਼ਨ ਪਹਿਲੀ ਵਾਰੀ ਕਦੋਂ ਸ਼ੁਰੂ ਹੋਈ ਸੀਗੀ। ਤੇ ਇਹ ਜ਼ਰੂਰ ਤੁਸੀਂ ਯਾਦ ਰੱਖਣੀ ਹੈ। ਜਿਵੇਂ ਹੁਣ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ, ਇੱਕ ਮਿੰਟ, ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ। ਇਹ ਤੁਸੀਂ ਸਭ ਤੋਂ ਇੰਪੋਰਟੈਂਟ ਜਿਹੜੀ ਸਲਾਈਡ ਹੈਗੀ ਇਹਦੇ ਵਿੱਚ ਆਪਣੀ ਹੈਗੀ ਹੈ ਸਲਾਈਡ ਨੰਬਰ, ਇਹ ਤੁਸੀਂ ਜ਼ਰੂਰ ਸਕਰੀਨਸ਼ਾਟ ਖਿੱਚ ਕੇ ਚਾਹੇ ਉਹਦਾ ਲੈ ਲਿਓ, ਉਹ ਬਹੁਤ ਇੰਪੋਰਟੈਂਟ ਹੈ ਰਾਜੇ, ਆਹ ਵਾਲੀ, ਠੀਕ ਹੈ, ਇਹ ਵਾਲੀ ਸਕਰੀਨਸ਼ਾਟ। ਕਿਉਂਕਿ ਜਿਹੜਾ ਇਹ ਪੁੱਛਿਆ ਜਾ ਸਕਦਾ ਰਾਜੇ, ਸੈਮੂਅਲ ਜਿਹੜਾ ਹੈਗਾ ਇਹਨੇ ਪ੍ਰੀ ਸਕੂਲ ਐਜੂਕੇਸ਼ਨ ਸ਼ੁਰੂ ਕੀਤੀ ਸੀਗੀ ਤੇ 1819 ਦੇ ਵਿੱਚ ਪਹਿਲਾਂ ਸ਼ੁਰੂ ਕੀਤਾ ਸੀ, ਲੰਡਨ ਦੇ ਵਿੱਚ ਪਹਿਲਾ ਸਕੂਲ ਖੋਲਿਆ ਗਿਆ ਸੀਗਾ, ਇਹ ਪੁੱਛਿਆ ਜਾ ਸਕਦਾ ਹੈ। ਤੇ ਦੂਜੀ ਜਿਹੜੀ ਫੈਡਰਿਕ ਵਾਲੀ ਜਿਹੜੀ ਮੈਂ ਪਿੱਛੇ ਬੋਲਿਆ ਕਿੰਡਰਗਾਰਟਨ ਵਾਲੀ, ਇਹ ਦੋਵੇਂ ਸਲਾਈਡ ਬਹੁਤ ਇੰਪੋਰਟੈਂਟ ਨੇ। ਬਾਕੀ ਜਿਹੜੀਆਂ ਮੈਂ ਪਾਲਿਸੀਆਂ ਕਰਾਈਆਂ ਰਾਜੇ, ਪਾਲਿਸੀਆਂ ਤਾਂ ਤੁਹਾਨੂੰ ਪੁੱਛੀਆਂ ਜਾ ਸਕਦੀਆਂ। ਜਿਹੜੀਆਂ ਪਾਲਿਸੀਜ਼ ਮੈਂ ਕਰਵਾਈਆਂ ਇਹ ਸਾਰੀਆਂ ਪਾਲਿਸੀਜ਼ ਦੇ ਨਾਮ ਯਾਦ ਰੱਖਣੇ। ਇੱਕ ਤਾਂ ICDS, ਇਹਦੇ ਉੱਪਰ ਮੈਂ ਅਲੱਗ ਤੋਂ ਵੀਡੀਓ ਲੈ ਕੇ ਆਉਂਗਾ ਰਾਜੇ, ਇਹ ਯਾਦ ਰੱਖਣਾ, ਸੈਂਟਰ ਤੇ ਸਟੇਟ ਗਵਰਨਮੈਂਟ ਮਿਲ ਕੇ ਕੰਮ ਕਰਦੀ ਹੈ ਬੱਚਿਆਂ ਦੀ ਭਲਾਈ ਵਾਸਤੇ। ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਰਾਜੇ, ਦੇਖੋ ਜਿਹੜੀ ਅੱਜ ਆਪਣੀ 2013 ਦੇ ਵਿੱਚ ਪਾਲਿਸੀ ਆਈ ਹੈ ਜਿਹੜੀ ECCE, ਇਹ ਮੈਂ ਤੁਹਾਨੂੰ ਕਰਵਾਤੀ ਹੈ। ਇਸ ਤੋਂ ਬਾਅਦ ਜਿਹੜੀਆਂ ਹੋਰ ਪਾਲਿਸੀਜ਼ ਆਪਾਂ ਪੜ੍ਹੀਆਂ ਰਾਜੇ, ਸਾਰੀਆਂ ਪੜ੍ਹਨੀਆਂ ਨੇ, ਠੀਕ ਹੈ, ਸਾਰੀਆਂ ਤੁਸੀਂ ਯਾਦ ਰੱਖਣੀਆਂ ਨੇ। ਜਿਵੇਂ ਆ ਦੇਖੋ, ਨੈਸ਼ਨਲ ਪਾਲਿਸੀ ਐਜੂਕੇਸ਼ਨ ਵਾਲੀ 1986 ਵਾਲੀ, ਠੀਕ ਹੈ ਜੀ। ਇਸ ਤਰ੍ਹਾਂ ਅਗਲੀ ਪਾਲਿਸੀ ਜਿਹੜੀ ਹੈਗੀ ਹੈ, ਠੀਕ ਹੈ, ਜਿਹੜੀ ਪੋਸ਼ਣ ਵਾਲੀ ਪਾਲਿਸੀ ਆ ਗਈ, ਨਿਊਟ੍ਰੀਸ਼ਨ ਵਾਲੀ ਪਾਲਿਸੀ ਆ ਗਈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਅਗਲੀ ਪਾਲਿਸੀ ਜਿਹੜੀ ਆਪਾਂ ਪੜ੍ਹੀ ਹੋਈ ਹੈ, ਪਾਲਿਸੀ ਫॉर ਚਿਲड्रन NPC, ਠੀਕ ਹੈ ਜੀ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਅਗਲੀ ਜਿਹੜੀ ਹੈਗੀ ਹੈ ਰਾਜੇ ਆਪਣੀ ਪਾਲਿਸੀ ਹੈਗੀ, ਇਸ ਤੋਂ ਬਾਅਦ ਆ ਜਾਂਦੀ ਹੈ ਨੈਸ਼ਨਲ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪਾਲਿਸੀ ਹੋ ਗਈ, ਠੀਕ ਹੈ ਜੀ। ਇਸ ਤੋਂ ਬਾਅਦ ਤੁਹਾਡਾ ਨੈਸ਼ਨਲ ਹੈਲਥ ਮਿਸ਼ਨ ਹੋ ਗਿਆ ਰਾਜੇ। ਇਹ ਸਾਰਾ ਕੁਝ ਤੁਹਾਡੇ ਵਾਸਤੇ ਇੰਪੋਰਟੈਂਟ ਹੈ, ਤਾਂ ਪਲੀਜ਼ ਧਿਆਨ ਨਾਲ ਚੀਜ਼ਾਂ ਦੇਖਿਓ, ਬਰੀਕ ਬਰੀਕ ਚੀਜ਼ਾਂ ਤੁਹਾਨੂੰ ਪੁੱਛੀਆਂ ਜਾਣਗੀਆਂ। ਤਾਂ ਇਹ ਸੀਗਾ ਅੱਜ ਦਾ ਟੌਪਿਕ। ਇਸ ਤੋਂ ਬਾਅਦ ਅਗਲਾ ਆਪਣਾ ਟੌਪਿਕ ਹੈਗਾ ਮੈਨੂੰ ਲੱਗਦਾ ਸਪੈਸ਼ਲ ਕੇਅਰ ਵਾਲਾ, ਤਾਂ ਉਹ ਆਪਾਂ ਕਰਵਾ ਦਾਂਗੇ। ਇਸ ਤੋਂ ਬਾਅਦ ਆਪਣਾ ਕੀ ਇੱਕ ਪੋਰਸ਼ਨ ਖਤਮ ਹੋ ਜਾਊਗਾ ਸਿਲੇਬਸ ਦਾ। ਤਾਂ ਚਿੰਤਾ ਨਾ ਕਰੋ ਰਾਜੇ, ਤੁਹਾਡੇ ਸਿਲੇਬਸ ਦੀ ਚਿੰਤਾ ਮੈਨੂੰ ਆ। ਜਦੋਂ ਮੈਂ ਤੁਹਾਡੇ ਨਾਲ ਵਾਅਦਾ ਹੀ ਕਰਤਾ, ਚਾਹੇ ਜੇ ਮੈਂ ਦੇਖੋ ਇਹ ਪੇਡ ਦੇ ਵਿੱਚ ਵੀ ਮੈਂ ਸ਼ੁਰੂ ਕਰ ਸਕਦਾ ਸੀ, ਪਰ ਮੈਨੂੰ ਪਤਾ ਬਹੁਤ ਸਾਰੀਆਂ ਮੇਰੀਆਂ ਭੈਣਾਂ ਜਿਹੜੀਆਂ ਹੈਗੀਆਂ ਉਹ ਨਹੀਂ ਪੇ ਕਰ ਸਕਦੀਆਂ, ਤਾਂ ਇਸੇ ਕਰਕੇ ਤੁਹਾਡੇ ਵਾਸਤੇ ਹੀ ਕੀਤਾ ਰਾਜੇ ਸ਼ੁਰੂ। ਤਾਂ ਇਸ ਕਰਕੇ ਥੋੜਾ ਜਿਹਾ ਮੇਰੀ ਰਿਕਵੈਸਟ ਹੈ, ਕਈ ਵਾਰੀ ਮੇਰੇ ਕੋਲ ਵੀ ਟਾਈਮ ਨਹੀਂ ਹੁੰਦਾ, ਮੇਰੇ ਕੋਲ ਜ਼ਿੰਮੇਵਾਰੀਆਂ ਬਹੁਤ ਨੇ, ਘਰ ਦੇ ਵਿੱਚ ਕੁਝ ਪ੍ਰੋਬਲਮਸ ਵੀ ਹੁੰਦੀਆਂ ਨੇ, ਤਾਂ ਥੋੜਾ ਜਿਹਾ ਉਹ ਕਰ ਲਿਆ ਕਰੋ। ਮੇਰੀ ਕੋਸ਼ਿਸ਼ ਹੁੰਦੀ ਹੈ ਡੇਲੀ ਤੁਹਾਨੂੰ ਇੱਕ ਵੀਡੀਓ ਮਿਲੇ, ਮੈਂ ਕੋਸ਼ਿਸ਼ ਪੂਰੀ ਕਰੂੰਗਾ ਤੁਹਾਨੂੰ ਜਲਦੀ ਜਲਦੀ ਸਿਲੇਬਸ ਖਤਮ ਹੋ ਜਾਏ। ਸ਼ੁਕਰੀਆ ਬੇਟਾ, ਧੰਨਵਾਦ, ਸਰਬਤ ਦਾ ਭਲਾ ਬਾਬਾ ਮਿਹਰ ਕਰੇ। ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ ਜਿਹੜੀ ਚੀਜ਼ ਮੈਂ ਪੁੱਛਦਾ। ਤੇ ਲਾਸਟ ਵੀਡੀਓ ਦਾ ਸਾਰਿਆਂ ਦਾ ਆਨਸਰ ਠੀਕ ਹੈ ਜੀ, ਸਭ ਨੇ ਬਹੁਤ ਵਧੀਆ ਆਨਸਰ ਕੀਤਾ, ਕਿਉਂਕਿ ਜਿਹੜੀ ਉਹ ਲੇਡੀਜ਼ ਹੈਗੇ ਨੇ, ਪ੍ਰੈਜ਼ੀਡੈਂਟ ਹੈਗੇ ਨੇ ਆਪਣੀ ਦ੍ਰੋਪਦੀ, ਉਹਨਾਂ ਦੇ ਉੱਪਰ ਕੁਐਸਚਨ ਜ਼ਰੂਰ ਪੁੱਛਿਆ ਜਾਊਗਾ, ਕਿਉਂਕਿ ਉਹ ਇੱਕ ਟ੍ਰਾਈਬਲ ਦੇ ਵਿੱਚੋਂ ਆਏ ਹੋਏ ਆ, ਬਹੁਤ ਜਦੋਜਹਿਦ ਦੇ ਬਾਅਦ ਆਏ ਹੋਏ ਆ, ਉੱਪਰੋਂ ਉਹ ਵੂਮਨ ਨੇ, ਤਾਂ ਵੂਮਨ ਦੇ ਉੱਪਰ ਬਹੁਤ ਕੁਐਸਚਨ ਪੁੱਛਦੇ ਆ। ਹੁਣ ਤੁਹਾਡਾ ਅੱਜ ਦਾ ਕੁਐਸਚਨ ਕੀ ਹੈ, ਜਿਹੜੇ ਮੈਂ ਪੁੱਛੇ ਉਹ ਤਾਂ ਪੁੱਛੇ ਹੈ, ਨਾਲ ਕਿਸੇ ਨੇ ਮਤਲਬ ਕਿ ਤੁਸੀਂ ਵੈਸੇ ਸਭ ਨੇ ਕਮੈਂਟ ਕਰਤਾ ਸੀ ਮੈਨੂੰ ਵੀ ਉਹ ਕਿੰਨਵੇਂ ਰਾਸ਼ਟਰਪਤੀ ਹੈਗੇ ਆ। ਹੁਣ ਤੁਸੀਂ ਮੈਨੂੰ ਇੱਕ ਅੱਜ ਦਾ ਕੁਐਸਚਨ ਕਰਨਾ ਮੈਨੂੰ, ਠੀਕ ਹੈ, ਆਪਣੇ ਰਾਜਪਾਲ ਕੌਣ ਨੇ ਪੰਜਾਬ ਦੇ, ਠੀਕ ਹੈ, ਰਾਜਪਾਲ ਕੌਣ ਨੇ, ਠੀਕ ਹੈ, ਗਵਰਨਰ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਦਾ ਨਾਮ ਲਿਖਣਾ ਹੈ, ਠੀਕ ਹੈ। ਨਾਲ ਨਾਲ ਤੁਹਾਡੀ ਕੀ ਹੈ ਜੀਕੇ ਦੀ ਤਿਆਰੀ ਵੀ ਹੋਈ ਰਹੂਗੀ। ਸ਼ੁਕਰੀਆ ਬੇਟਾ, ਧੰਨਵਾਦ, ਸਰਬਤ ਦਾ ਭਲਾ ਬਾਬਾ ਮਿਹਰ ਕਰੇ।